ਤੁਹਾਡੀ ਫੈਮਿਲੀ ਬੈਕਗ੍ਰਾਉਂਡ ਦੇ ਵਿੱਚ ਕੋਈ ਪਹਿਲਾਂ ਸਿਆਸਤ ਦੇ ਵਿੱਚ ਸੀ ਜਿਨ੍ਹਾਂ ਨੂੰ ਦੇਖ ਕੇ, ਜਾਂ ਫਿਰ ਅਗਰ ਨਹੀਂ ਸੀ ਤਾਂ ਕਿਹਨਾਂ ਨੂੰ ਦੇਖ ਕੇ ਮਨ ਦੇ ਵਿੱਚ ਇੱਛਾ ਆਈ ਸੀ ਕਿ ਮੈਂ ਸਿਆਸਤ ਦੇ ਵਿੱਚ ਜਾਵਾਂ? बड़ी अच्छी गल है। नहीं, मेरी फैमिली च तो कोई सियासत च नहीं सी। अज तो बड़े मध्यम वर्ग के लोग सी और सारे एम्पलॉय सन, सारे गवर्नमेंट च काम करते सन। मेरे फादर साहब भी, मेरे ब्रदर भी ठीक ठाक पोस्टां ते सी, मगर मध्यम वर्ग दे सी। जो तुहाडा पार्टी तो मन टुट गया, ਅਜਿਹਾ ਮਤਲਬ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਮਨ ਟੁੱਟਿਆ? ਤੁਹਾਨੂੰ ਲੱਗਿਆ ਕਿ ਵੀ ਨਹੀਂ, ਜੋ ਤੁਸੀਂ ਪਾਰਟੀ ਤੋਂ ਅਲੱਗ ਹੋਣ ਦਾ ਵੀ ਤੁਹਾਡੇ ਮਨ ਵਿੱਚ ਖਿਆਲ ਆਇਆ ਤੇ ਤੁਸੀਂ ਪਾਰਟੀ ਤੋਂ ਵੀ ਅਲੱਗ ਹੋ ਗਏ? ਮੈਂ ਸਿਰਫ ਛੱਡੀ ਤਾਂ ਕਿਉਂਕਿ ਅਮਰਿੰਦਰ ਸਿੰਘ ਵਰਗਾ ਚੀਫ ਮਿਨਿਸਟਰ ਹੈ ਪੰਜਾਬ ਦਾ। ਇਹ ਜਿਹੜੀ ਪੈਸੇ ਦੀ ਪ੍ਰਥਾ ਚੱਲੀ ਹੈ ਨਾ, ਇਹ ਅਮਰਿੰਦਰ ਸਿੰਘ ਨੇ ਚਲਾਈ ਹੈ ਪੰਜਾਬ ਦੀ। ਸੁਨੀਲ ਜਾਖੜ ਜੀ ਨੇ ਜੀ ਪੰਜਾਬ ਦੇ ਪ੍ਰਧਾਨ ਨੇ, ਤੁਸੀਂ ਪੁੱਛੋ ਵੀ ਉਹਨਾਂ ਦੀ ਹਾਲਤ ਕੀ ਹੈ। ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਜੀ। ਤੁਸੀਂ ਉਹਨਾਂ ਦੇ ਮੋਬਾਈਲ ਬਾਹਰ ਰੱਖ ਲਿਓ। ਪ੍ਰਧਾਨ ਕਦੀ ਵੱਡਾ, ਚੀਫ ਮਿਨਿਸਟਰ ਕਦੀ ਵੱਡਾ ਨਹੀਂ ਹੁੰਦਾ। ਪਾਰਟੀ ਦਾ ਪ੍ਰਧਾਨ ਜਿਹੜਾ ਹੁੰਦਾ ਉਹ ਵੱਡਾ। ਬਿਲਕੁਲ ਬਿਲਕੁਲ। ਪਾਰਟੀ ਦੇ ਨਾਲ ਗਵਰਨਮੈਂਟ ਹੁੰਦੀ ਹੈ, ਗਵਰਨਮੈਂਟ ਦੇ ਨਾਲ ਪਾਰਟੀ ਨਹੀਂ ਹੁੰਦੀ। ਤੇ ਕੀ ਜੋ ਕਾਂਗਰਸ ਨਾਲ ਇਹ ਪਿਆਰ ਤੁਹਾਡੀ ਗੱਲਾਂ ਵਿੱਚ ਦਿਖਦਾ, ਤੁਹਾਡੇ ਚਿਹਰੇ ਤੇ ਵੀ ਜੋ ਦਿਖਦਾ, ਕੀ ਇਹ ਪਿਆਰ ਤੁਹਾਨੂੰ ਵਾਪਸ ਕਾਂਗਰਸ ਪਾਰਟੀ ਵੱਲ ਕਦੀ ਲੈ? ਅਮਰਿੰਦਰ ਸਿੰਘ ਸਾਹਿਬ ਦੇ ਹੁੰਦੇ ਤਾਂ ਕਦੀ ਕਾਂਗਰਸ 'ਚ ਨਹੀਂ ਜਾਊਗਾ ਜੀ। ਇਹ ਪੱਕੀ ਗੱਲ ਹੈ जी। जित तक चीफ मिनिस्टर या पार्टी प्रेसिडेंट, जिस दिन कांग्रेस के प्रेसिडेंट बने, मैं उससे वेले रिजाइन करता। सत श्री अकाल जी, मैं हाँ हरजोत कौर ਅਤੇ ਨਿਰਪੱਖ ਪੋਸਟ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਖਾਸ ਪ੍ਰੋਗਰਾਮ ਲੈ ਕੇ ਆਏ ਹਾਂ। ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਸਿਆਸਤ ਦੀ, ਪਰ ਇੱਕ ਅਲੱਗ ਨਜ਼ਰੀਏ ਦੇ ਨਾਲ ਗੱਲ ਕਰਾਂਗੇ ਸਿਆਸਤ ਦੇ ਵਿੱਚ ਬਦਲਦੇ ਹੋਏ ਦੌਰ ਦੀ। ਜਦੋਂ ਇੱਕ ਨੌਜਵਾਨ ਬੜੀ ਹੀ એનર્ਜੀ ਦੇ ਨਾਲ ਕਿਸੇ ਰਾਜਨੀਤਿਕ ਪਾਰਟੀ ਵਿੱਚ ਐਂਟਰ ਹੁੰਦਾ ਹੈ ਤਾਂ ਉਸਦੀ ਕੀ ਮਾਨਸਿਕਤਾ ਹੁੰਦੀ, ਕੀ ਸੋਚ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਸਮਾਜ ਸੇਵਾ ਕਰਨੀ ਹੈ ਜਾਂ ਕਿਸ ਤਰ੍ਹਾਂ ਦੇ ਕੰਮ ਕਰਨੇ। ਉਸ ਤੋਂ ਬਾਅਦ ਅੱਗੇ ਵਧਦੇ ਕਿਸ ਤਰੀਕੇ ਨਾਲ ਉਸ ਸੋਚ ਵਿੱਚ ਬਦਲਾਅ ਆਉਂਦੇ ਨੇ, ਉਹਨਾਂ ਸਭ ਦੇ ਉੱਪਰ ਗੱਲ ਕਰਾਂਗੇ। ਤੇ ਇਹ ਗੱਲ ਤਾਂ ਜ਼ਿਆਦਾ ਵਧੀਆ ਹੋ ਜਾਂਦੀ ਹੈ ਜਦੋਂ ਸਾਡੇ ਨਾਲ ਬਹੁਤ ਹੀ ਸਿਆਸਤ ਦੇ ਵੱਡੇ ਮਾਹਿਰ ਨਾਲ ਨੇ। ਗੁਰਵਿੰਦਰ ਬਾਲੀ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ। ਬਹੁਤ ਲੰਬਾ ਸਮਾਂ ਜੋ ਤੁਸੀਂ ਸਿਆਸਤ ਵਿੱਚ ਬਿਤਾਇਆ, 30-35 ਸਾਲ, ਮਤਲਬ ਇੱਕ ਪੂਰੀ ਆਪਣੇ ਸਟੱਡੀ ਹੁੰਦੀ ਇੱਕ ਬੰਦੇ ਦੀ, PhD ਤੋਂ ਉੱਪਰ ਦੀ ਗੱਲ ਹੋ ਜਾਂਦੀ ਹੈ ਕਿ ਸਿਆਸਤ ਦੇ ਵਿੱਚ। ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗੀ ਕਿ ਜਦੋਂ ਤੁਸੀਂ ਸ਼ੁਰੂਆਤ ਕੀਤੀ, ਤੁਸੀਂ ਐਂਟਰ ਹੋਏ ਕਾਂਗਰਸ ਦੇ ਵਿੱਚ, ਤੁਸੀਂ ਆਏ, ਕੀ ਮਨ ਦੇ ਵਿੱਚ ਸੀਗੇ ਵਿਚਾਰ? ਕਿਉਂਕਿ ਮੈਂ ਇਹ ਤਾਂ ਕਰਕੇ ਜਾਣਨਾ ਚਾਹੁੰਦੀ ਕਿਉਂਕਿ ਅੱਜ ਦਾ ਯੂਥ ਵੀ ਮੈਂ ਰਿਲੇਟ ਕਰਨਾ ਚਾਹੁੰਦੀ ਹਾਂ ਕਿ ਲੋਕ ਸਮਝ ਸਕਣ ਇਸ ਚੀਜ਼ ਨੂੰ ਕਿ ਜਦੋਂ ਇੱਕ ਨੌਜਵਾਨ ਐਂਟਰ ਹੁੰਦਾ ਰਾਜਨੀਤੀ ਵਿੱਚ, ਕੀ ਮਨ ਦੇ ਵਿੱਚ ਵਿਚਾਰ ਚੱਲ ਰਹੇ ਹੁੰਦੇ ਨੇ, ਕੀ ਇੱਕ ਟਾਰਗੇਟ ਹੁੰਦਾ ਕਿ ਮੈਂ ਇਹ ਕਰਨਾ ਅਗਰ ਮੈਂ ਸਿਆਸਤ ਦੇ ਵਿੱਚ ਆ ਰਿਹਾ? ਜੀ ਜੀ ਜੀ, ਬੜਾ ਅੱਛਾ ਕੁਐਸਚਨ ਤੁਹਾਡਾ ਔਰ ਬੜਾ ਪ੍ਰੈਕਟੀਕਲੀ ਕੁਐਸਚਨ ਹੈਗਾ ਜੀ। ਸਭ ਤੋਂ ਪਹਿਲੀ ਗੱਲ ਇਹ ਹੈਗੀ ਕਿ ਉਦੋਂ ਕੋਈ ਇਹੋ ਜਿਹੀ ਸੋਚ ਨਹੀਂ ਸੀ ਜਦੋਂ ਮੈਂ ਐਂਟਰ ਹੋਇਆ ਸੀ ਜੀ। ਮੇਰੇ ਐਂਟਰ ਹੁੰਦਾ, ਮੇਰੀ ਉਦੋਂ ਉਮਰ 16 ਸਾਲ ਸੀ ਜੀ ਔਰ ਮੈਂ ਮੋਹਾਲੀ ਦਾ ਰਹਿਣ ਵਾਲਾ ਸੀ ਜੀ। ਤੇ ਮੈਂ ਮੋਹਾਲੀ ਤੋਂ ਜਿਹੜੀ ਇਹ ਸ਼ੁਰੂ ਕੀਤੀ ਹੈ। ਮੈਂ ਤੁਹਾਨੂੰ ਦੱਸ ਸਕਦਾ ਉਸ ਵੇਲੇ ਹਰਚਰਨ ਸਿੰਘ ਬਰਾੜ ਜਿਹੜੇ ਗਵਰਨਰ ਸਨ ਉਸ ਵੇਲੇ ਹਰਿਆਣਾ ਦੇ ਜੀ, ਉਹਨਾਂ ਦੇ ਬੇਟੇ ਜਿਹੜੇ ਸਨ ਸਾਡੇ ਸਨੀ ਬਰਾੜ ਜਿਹੜੇ ਸਨ ਉਹ ਸਾਡੇ ਪ੍ਰੈਜ਼ੀਡੈਂਟ ਸਨ ਯੂਥ ਕਾਂਗਰਸ ਦੇ। ਤੇ ਅਸੀਂ ਉਦੋਂ ਦੇਖਦੇ ਹੁੰਦੇ ਸੀ ਅਸੀਂ ਉੱਠ ਰਹੇ ਸੀ, ਅਸੀਂ 16 ਸਾਲ ਸਾਡੀ ਉਮਰ ਸੀ ਤੇ ਅਸੀਂ ਉਦੋਂ ਉਹਨਾਂ ਨੂੰ ਦੇਖਿਆ ਸੀ ਕਿ ਵੈਲ ਪਰਸਨੈਲਿਟੀ ਸੀ ਉਹਨਾਂ ਦੀ ਔਰ ਬਹੁਤ ਐਜੂਕੇਟਡ ਸਨ, ਯੂਨੀਵਰਸਿਟੀ 'ਚ ਇੱਥੇ ਪੜ੍ਹਦੇ ਸਨ ਚੰਡੀਗੜ੍ਹ 'ਚ, ਤੇ ਉਹ ਯੂਥ ਕਾਂਗਰਸ ਪ੍ਰੈਜ਼ੀਡੈਂਟ ਸਨ। ਤੇ ਅਸੀਂ ਉਹਨਾਂ ਨੂੰ ਦੇਖਣ ਦੀ ਚਾਹਤ ਹੁੰਦੀ ਸੀ, ਉਹਨਾਂ 'ਚ ਗੱਲਬਾਤ ਕਰਨ ਦੀ ਚਾਹਤ ਹੁੰਦੀ ਸੀ। ਉਹ ਇਹ ਸਾਡੀ ਜ਼ਰੂਰ ਛੋਟੀ ਸੀ। ਗਵਰਨਰ ਸਾਹਿਬ ਦੇ ਬੇਟੇ ਵੀ ਸਨ ਉਹ ਜੀ, ਤੇ ਅਸੀਂ ਉਹਨਾਂ ਨੂੰ ਕਈ ਵਾਰੀ ਕਾਂਗਰਸ ਭਵਨ ਦੇ ਵਿੱਚ ਮਿਲਣ ਜਾਂਦੇ ਹੁੰਦੇ ਸੀ ਜਦੋਂ ਕਿਤੇ ਬੈਠੇ ਹੁੰਦੇ ਸੀ। ਉਸ ਤੋਂ ਬਾਅਦ ਇੱਕ ਇਹੋ ਜਿਹਾ ਚਾਂਸ ਆਇਆ ਕਿ ਅਸੀਂ ਉਹਨਾਂ ਦੇ ਬੇਟੇ ਦੇ ਨਾਲ ਜਿਹੜੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਸਨ, ਏਜ ਤਾਂ ਆਪਣੀ 16 ਸਾਲ ਹੀ ਸੀ ਜੀ ਜੀ ਜੀ, ਅਸੀਂ ਦਿੱਲੀ ਚਲੇ ਗਏ ਉਹਨਾਂ ਦੇ ਨਾਲ। ਉੱਥੇ ਅਸੀਂ ਸੰਜੇ ਗਾਂਧੀ ਜੀ ਨੂੰ, ਅਸੀਂ ਉੱਥੇ ਇੰਦਰਾ ਗਾਂਧੀ ਜੀ ਨੂੰ, ਅਸੀਂ ਉੱਥੇ ਗਿਆਨੀ ਜੈਲ ਸਿੰਘ ਜੀ ਨੂੰ, ਬੂਟਾ ਸਿੰਘ ਜੀ ਨੂੰ ਐਂਡ ਭਜਨ ਲਾਲ ਨੂੰ, ਹੋਰ ਕਾਫੀ ਲੀਡਰ ਨੂੰ ਅਸੀਂ ਖੜਿਆ ਉੱਥੇ ਦੇਖਿਆ। ਤੇ ਉਸ ਮਨ ਦੇ ਵਿੱਚ ਬੜੀ ਈਵਨ ਦੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਮਿਤਾਭ ਬੱਚਨ ਦੀ ਜਿਹੜੇ ਮਦਰ ਸਨ ਤੇਜੀ ਬੱਚਨ, ਉਹਨਾਂ ਨੂੰ ਵੀ ਉੱਥੇ ਖੜਿਆ ਦੇਖਿਆ ਇੰਦਰਾ ਜੀ ਦੇ ਨਾਲ। ਤੇ ਉਸ ਵੇਲੇ ਬੜੇ ਪ੍ਰਭਾਵਿਤ ਹੋਏ ਕਿ ਆਹ ਦੁਨੀਆ ਦੇ ਬਾਦਸ਼ਾਹ ਨੇ, ਆਹ ਦੁਨੀਆ ਦੇ ਲੀਡਰ ਨੇ ਔਰ ਇਹ ਸਾਡੇ ਲੀਡਰ ਨੇ ਜਿਹੜੇ ਨੇ, ਅਸੀਂ ਇਹਨਾਂ ਨੂੰ ਮੈਂ ਪਰਸਨਲੀ ਬੜਾ ਪ੍ਰਭਾਵਿਤ ਹੋਇਆ ਜਦੋਂ ਇੰਦਰਾ ਜੀ ਨੂੰ ਦੇਖਿਆ, ਜਦੋਂ ਗਿਆਨੀ ਜੀ ਨੂੰ ਦੇਖਿਆ, ਉੱਥੇ ਭਜਨ ਲਾਲ ਜੀ ਨੂੰ ਦੇਖਿਆ, ਬੂਟਾ ਸਿੰਘ ਜੀ ਨੂੰ ਦੇਖਿਆ, ਸੰਜੇ ਗਾਂਧੀ ਜੀ ਨੂੰ ਦੇਖਿਆ, ਈਵਨ ਦੈਨ ਰਾਜੀਵ ਗਾਂਧੀ ਜੀ ਨੂੰ ਵੀ ਦੇਖਿਆ ਉਸ ਜਗ੍ਹਾ ਤੇ ਬੜਾ ਪ੍ਰਭਾਵਿਤ। ਇੱਥੇ ਇਹ ਵੀ ਚੀਜ਼, ਇੱਕ ਹੋਰ ਚੀਜ਼ ਪੁੱਛਣਾ ਚਾਹੂੰਗੀ ਤੁਹਾਨੂੰ ਕਿ ਇੱਕ ਹੁੰਦਾ ਕਿ ਪਰਿਵਾਰ ਵਿੱਚ ਪਿੱਛੋਂ ਹੀ ਕੋਈ ਨਾ ਕੋਈ ਸਿਆਸਤ ਦੇ ਵਿੱਚ ਹੁੰਦਾ, ਤਾਂ ਕਰਕੇ ਮਨ ਦੇ ਵਿੱਚ ਥੋੜਾ ਉਸ ਤਰ੍ਹਾਂ ਦੇ ਖਿਆਲ ਬਣ ਜਾਂਦੇ ਨੇ ਕਿ ਮੈਂ ਵੀ ਸਿਆਸਤ ਵਿੱਚ ਚੱਲਦਾ ਆਪਣੇ ਵੱਡਿਆਂ ਨੂੰ ਦੇਖ ਕੇ। ਕੀ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਦੇ ਵਿੱਚ ਕੋਈ ਪਹਿਲਾਂ ਸਿਆਸਤ ਦੇ ਵਿੱਚ ਸੀ ਜਿਨ੍ਹਾਂ ਨੂੰ ਦੇਖ ਕੇ, ਜਾਂ ਫਿਰ ਅਗਰ ਨਹੀਂ ਸੀ ਤਾਂ ਕਿਹਨਾਂ ਨੂੰ ਦੇਖ ਕੇ ਮਨ ਦੇ ਵਿੱਚ ਇੱਛਾ ਆਈ ਸੀ ਕਿ ਮੈਂ ਸਿਆਸਤ ਦੇ ਵਿੱਚ ਜਾਵਾਂ? ਬੜੀ ਅੱਛੀ ਗੱਲ ਹੈ। ਨਹੀਂ, ਮੇਰੀ ਫੈਮਿਲੀ 'ਚ ਤਾਂ ਕੋਈ ਸਿਆਸਤ 'ਚ ਨਹੀਂ ਸੀ। ਅੱਜ ਤਾਂ ਬੜੇ ਮੱਧਮ ਵਰਗ ਦੇ ਲੋਕ ਸੀ ਔਰ ਸਾਰੇ EMPLOYEES ਸਨ, ਸਾਰੇ ਗਵਰਨਮੈਂਟ 'ਚ ਕੰਮ ਕਰਦੇ ਸਨ। ਸਾਡੇ
ਮੇਰੇ ਫਾਦਰ ਸਾਹਿਬ ਵੀ, ਮੇਰੇ ਬ੍ਰਦਰ ਵੀ ਠੀਕ ਠਾਕ ਪੋਸਟਾਂ ਤੇ ਸੀ, ਮਗਰ ਮੱਧਿਅਮ ਵਰਗ ਤੇ ਸੀ ਅਸੀਂ ਜਿਹੜੇ ਸੀ। ਜਦੋਂ ਅਸੀਂ ਉਸ ਲੋਕਾਂ ਨੂੰ ਦੇਖਿਆ ਨਾ ਤੇ ਮੇਰਾ ਮਨ ਬੜਾ ਪ੍ਰਭਾਵਿਤ ਹੋਇਆ ਉਸ ਚੀਜ਼ ਤੋਂ। ਮੈਨੂੰ ਯਾਦ ਆ, ਮੈਂ 16 ਸਾਲ ਦੀ ਉਮਰ ਦੇ ਵਿੱਚ ਇੰਦਰਾ ਜੀ ਨੂੰ ਹੱਥ ਜੋੜ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਨੂੰ ਉਹਨਾਂ ਨੇ ਜਵਾਬ ਦਿੱਤਾ ਉਸ ਗੱਲ ਦਾ। ਤੇ ਇੱਕ ਮੇਰੇ ਵਾਸਤੇ ਬਹੁਤ ਵੱਡੀ ਗੱਲ ਸੀ ਕਿ ਇੰਦਰਾ ਗਾਂਧੀ ਹਿੰਦੁਸਤਾਨ ਦੀ ਲੀਡਰ ਕੀ ਵਰਲਡ ਦੀ ਡਾਇਨਾਮਿਕ ਲੇਡੀ ਸੀ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ। ਅੱਜ ਉਹਦੀ ਵਿਪਰੀਤ ਸਥਿਤੀ ਹੈ। ਅੱਜ ਸਾਡੇ ਏਜ ਦੇ ਬੰਦੇ ਨੂੰ ਜਿਹੜਾ ਉਸ ਵੇਲੇ 16 ਸਾਲ ਦਾ, ਅੱਜ ਅਗਰ ਕੋਈ 20 ਸਾਲ ਦਾ, 25 ਸਾਲ ਦਾ, 30 ਸਾਲ ਦਾ ਇੱਕ ਮੁੱਖ ਮੰਤਰੀ ਨਾਲ ਨਹੀਂ ਗੱਲ ਸਕਦਾ, ਮੈਂ ਤਾਂ ਐਡੀ ਵੱਡੀ ਪ੍ਰਭਾਵਿਤ ਲੇਡੀ ਨਾਲ ਗੱਲ ਕੀਤੀ। ਮੈਂ ਤਾਂ ਇੰਦਰਾ ਗਾਂਧੀ ਨਾਲ ਗੱਲ ਕੀਤੀ। ਉਸ ਵਾਕਿਆ ਨੇ ਤੁਹਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰ ਦਿੱਤਾ, ਬਹੁਤ ਜ਼ਿਆਦਾ ਇਸ ਚੀਜ਼ ਨੂੰ ਕਰ ਦਿੱਤਾ ਕਿ ਇੰਦਰਾ ਜੀ ਨਾਲ ਮੈਂ ਗੱਲ ਕਰ ਰਿਹਾ, ਔਰ ਮੈਨੂੰ ਇੰਦਰਾ ਜੀ ਨੇ ਉਹਦਾ ਜਵਾਬ ਦਿੱਤਾ। ਮੈਨੂੰ ਅੱਜ ਤੱਕ ਯਾਦ ਹੈ, ਮੇਰੀ ਛੋਟੀ ਜਿਹੀ ਪੱਗ ਬੰਨੀ ਹੋਈ ਸੀ, ਪਜਾਮਾ ਕੁੜਤਾ ਮੈਂ ਪਾਇਆ ਹੋਇਆ ਸੀ, ਤੇ ਮੈਨੂੰ ਯਾਦ ਹੈ ਮੈਂ ਉਹਨਾਂ ਨਾਲ ਹੱਥ ਜੋੜੇ ਜਿੱਦਾਂ ਕਿ ਸਾਰੇ ਲੀਡਰਾਂ ਨਾਲ ਗੱਲ ਕਰ ਰਹੇ ਸਨ। ਇਹ ਨਹੀਂ ਕਿ ਗਿਆਨੀ ਜੀ ਨਾਲ ਗੱਲ ਕਰ ਰਹੇ ਸਨ, ਕਿੱਡੇ ਵੱਡੇ ਲੀਡਰ ਸਨ, ਗਿਆਨੀ ਜੈਲ ਸਿੰਘ ਜੀ, ਦਰਬਾਰਾ ਸਿੰਘ ਜੀ ਨਾਲ, ਭਜਨ ਲਾਲ ਜੀ ਨਾਲ, ਸਾਡੇ ਜਿਹੜੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਸਨ ਸਨੀ ਬਰਾੜ, ਉਹਨਾਂ ਨਾਲ ਗੱਲ ਕਰ ਰਹੇ ਸਨ ਉਹ। ਤੇ ਜੇ ਮੈਂ ਇੱਕ 16 ਸਾਲ ਦਾ ਮੁੰਡਾ ਖੜਾ ਮੈਂ ਗੱਲ ਕਰ ਰਿਹਾ ਤੇ ਮੇਰੇ ਨਾਲ ਵੀ ਉਨੀ ਗੱਲ ਕਰ ਰਹੇ ਨੇ। ਉਸ ਗੱਲ ਤੋਂ ਮੈਂ ਇੰਨਾ ਕੁ ਪ੍ਰਭਾਵਿਤ ਹੋਇਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਯਾਰ ਐਡੀ ਵੱਡੀ ਲੇਡੀ ਨਾਲ ਮੈਂ ਗੱਲ ਕੀਤੀ। ਮੈਂ ਦਿੱਲੀ ਤੋਂ ਚੰਡੀਗੜ੍ਹ ਕਿਵੇਂ ਪਹੁੰਚ ਗਿਆ ਮੈਨੂੰ ਤੇ ਇਹ ਵੀ ਨਹੀਂ ਪਤਾ ਲੱਗਾ। ਇੰਨਾ ਮੇਰੇ ਦਿਮਾਗ ਦੇ ਵਿੱਚ ਨਸ਼ਾ ਸੀ ਉਸ ਚੀਜ਼ ਦਾ ਕਿ ਮੈਂ ਇੰਦਰਾ ਜੀ ਨਾਲ ਜਿਹੜੀ ਹੈਗੀ ਉਹ ਆਪ ਗੱਲ ਕੀਤੀ। ਉਹ ਜ਼ਿਆਦਾ ਨੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਉਸ ਚੀਜ਼। ਜੀ ਬਿਲਕੁਲ। ਤੇ ਅਗਰ ਮੈਂ ਗੱਲ ਕਰਾਂ ਕਿ ਕੋਈ ਨੌਜਵਾਨ ਆਂਦਾ ਹੈ ਸਿਆਸਤ ਦੇ ਵਿੱਚ, ਤੁਸੀਂ ਵੀ ਆਏ, ਮਤਲਬ ਇੱਕ ਹੁੰਦਾ ਕਿ ਸਿਆਸਤ ਹੈ ਤਾਂ ਉਸਦਾ ਰੌਬ ਬੜਾ ਹੈ ਨਾ, ਵੀ ਸਾਡਾ ਕੁਝ ਵੀ ਅਸੀਂ ਪਾਰਟੀ ਵਿੱਚ ਆ ਰਹੇ ਹਾਂ, ਪਾਰਟੀ ਦਾ ਨਾਂ ਸਾਡੇ ਨਾਲ ਜੁੜੇਗਾ, ਬਹੁਤ ਰੌਬ ਹੈ, ਜਾਂ ਫਿਰ ਇੱਕ ਮਨਸ਼ਾ ਇਹ ਜ਼ਿਆਦਾ ਹਾਵੀ ਹੁੰਦੀ ਹੈ ਨਵੇਂ ਨੌਜਵਾਨ ਦੇ ਯੂਥ ਦੇ ਵਿੱਚ ਕਿ ਅਸੀਂ ਸੇਵਾ ਕਰਨੀ ਹੈ। ਉਸ ਵਾਲੇ ਟਾਈਮ 'ਚ ਤੇ ਹੁਣ ਵਾਲੇ ਟਾਈਮ ਵਿੱਚ ਕੀ ਫਰਕ ਦਿਖਦਾ? ਹੁਣ ਵੀ ਤੁਹਾਨੂੰ ਯੂਥ ਕਈ ਮਿਲਦੇ ਹੋਣੇ ਜੋ ਸਿਆਸਤ ਵਿੱਚ ਨਵੇਂ ਐਂਟਰ ਹੁੰਦੇ ਆ। ਯੂਥ 'ਚ ਤੇ ਸਾਡੇ 'ਚ ਬਹੁਤ ਫਰਕ ਸੀ ਜੀ। ਸਾਡੀ ਇੱਕ ਸੋਚ ਸੀ ਇਸ ਚੀਜ਼ ਦੀ, ਜਿਹੜੇ ਤੁਸੀਂ ਵਰਡ ਯੂਜ਼ ਕੀਤਾ ਸੇਵਾ ਦੀ ਜੀ। ਸਾਡੀ ਇੱਕ ਇਹ ਵੀ ਗੱਲ ਹੈਗੀ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇੱਕ ਰੁਤਬਾ ਵੀ ਹੁੰਦਾ ਹੈ, ਇੱਕ ਗੱਲਬਾਤ ਵੀ ਹੁੰਦੀ ਹੈ। ਮੈਂ ਇਹ ਕਹਾਂ ਕਿ ਮੈਂ ਇੱਕ ਮੱਧਿਅਮ ਵਰਗ ਦਾ ਸੀ ਤੇ ਮੈਂ ਅਮਰਿੰਦਰ ਸਿੰਘ ਸਾਹਿਬ ਨਾਲ ਬੈਠਦਾ ਸੀ ਤੇ ਮੈਨੂੰ ਬਹੁਤ ਅੱਛਾ ਲੱਗਦਾ ਸੀ। ਜੇ ਮੈਂ ਪ੍ਰਤਾਪ ਬਾਜਵੇ ਨਾਲ ਬੈਠਦਾ ਸੀ ਤੇ ਮੈਨੂੰ ਬਹੁਤ ਅੱਛਾ ਲੱਗਦਾ ਸੀ। ਤੇ ਮੈਨੂੰ ਅਗਰ ਦੂਲੋ ਜੀ ਨਾਲ ਬੈਠਦਾ ਸੀ ਤੇ ਚਲ ਉਹ ਵੀ ਮੱਧਿਅਮ ਸਨ, ਵੱਡੇ ਲੀਡਰ ਸਨ। ਜੇ ਮੈਂ ਇੰਨੀ ਗੱਲ ਕਹਾਂ ਕਿ ਮੈਂ ਹਿੰਦੁਸਤਾਨ ਦੇ ਰਾਜੀਵ ਗਾਂਧੀ ਜੀ ਨੂੰ ਮੈਂ ਮਿਲਿਆ, ਹਿੰਦੁਸਤਾਨ ਦੇ ਅੰਦਰ ਪਹਿਲੀ ਗੱਡੀ ਮੈਨੂੰ ਅੱਜ ਤੱਕ ਯਾਦ ਹੈ ਕਿ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਮੈਨੂੰ ਇਹ ਗੱਲ ਪੁੱਛੀ ਸੀ। ਮੈਂ ਬਲਾਕ ਪ੍ਰੈਜ਼ੀਡੈਂਟ ਸੀ ਮਗਰ ਮੇਰੇ ਅੰਦਰ ਜਜ਼ਬਾ ਬੜਾ ਸੀ ਕੰਮ ਕਰਨ ਦਾ। ਮੈਂ ਉਸ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਮਿਲਿਆ ਜਿੱਦਾਂ ਬਾਕੀ ਸਾਰੀ ਦੁਨੀਆ ਮਿਲ ਰਹੀ ਸੀ ਤੇ ਮੈਂ ਇੱਕ ਛੋਟਾ ਜਿਹਾ ਲੈਟਰ ਉਹਨਾਂ ਨੂੰ ਦਿੱਤਾ ਸੀ। ਮੈਂ ਉਹਨਾਂ ਨੂੰ ਕਿਹਾ ਸੀ ਜੀ ਮੈਂ ਇੱਕ ਬਲਾਕ ਪ੍ਰੈਜ਼ੀਡੈਂਟ ਹਾਂ ਤੇ ਮੈਂ ਆਹ ਕੰਮ ਕਰਨਾ ਚਾਹੁੰਦਾ, ਸਾਡੇ ਪੰਜਾਬ ਦੇ ਅੰਦਰ ਉਗਰਵਾਦ ਹੈ ਮਗਰ ਮੈਂ ਕੰਮ ਕਰਨਾ ਚਾਹੁੰਦਾ ਤੇ ਮੈਂ ਸਮਰਥ ਨਹੀਂ ਹੈਗਾ ਇਸ ਕੰਮ ਕਰਨ 'ਚ, ਤੇ ਮੈਨੂੰ ਜ਼ਰੂਰ ਕੁਛ ਨਾ ਕੁਛ ਐਡ ਦਿੱਤੀ ਜਾਵੇ। ਤੇ ਮੈਨੂੰ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ ਹਿੰਦੁਸਤਾਨ ਦੇ, ਉਹਨਾਂ ਨੇ ਪੁੱਛਿਆ ਕਿਆ ਚਾਹੀਏ ਆਪਕੋ, ਤੇ ਜਿੰਨੀ ਕੁ ਮੇਰੀ ਸੋਚ ਸੀ ਮੈਂ ਉਹਨਾਂ ਨੂੰ ਇੰਨੀ ਗੱਲ ਕੀ ਸਰ ਮੇਰੇ ਪਾਸ गाड़ी नहीं है, मेरे पास जीप नहीं है। उन्होंने कहा अच्छा। इमीडिएटली उन्होंने ऑर्डर किए राजीव गांधी ने वी जॉर्ज उन्होंने PS ਹੁੰਦੇ ਸੀ, ਅੱਜ ਵੀ ਨਿਊਜ਼ ਸੁਣੀਆ ਜੀ ਦੇ, ਉਹਨਾਂ ਨੇ ਆਰਡਰ ਕੀਤੇ ਕਿ ਇਨਕੋ ਅਭੀ ਗਾੜੀ ਪ੍ਰੋਵਾਈਡ ਕਰਾਈਏ। ਤੇ ਮੈਂ ਜੇ ਉਹਨਾਂ ਨੂੰ ਸਵੇਰੇ 10 ਵਜੇ ਮਿਲਿਆ ਸੀ ਤੇ ਸ਼ਾਮ ਨੂੰ 4 ਵਜੇ ਮੈਨੂੰ ਉਹ ਗੱਡੀ ਜਿਹੜੀ ਹੈ ਪ੍ਰੋਵਾਈਡ ਕਰਾ ਦਿੱਤੀ ਗਈ। ਹੇਮਕੁੰਡ ਪੈਟਰੋਲ ਪੰਪ ਹੈਗਾ ਦਿੱਲੀ ਦੇ ਵਿੱਚ, ਉੱਥੇ ਗੱਡੀਆਂ ਖੜੀਆਂ ਸੀ। ਉਹਨੇ ਕਿਹਾ ਜੌਨ ਸੀ ਗਾੜੀ ਆਪਕੋ ਚਾਹੀਏ ਆਪ ਲੈ ਲੀजिए। ਜਿਹੜੇ ਮੇਰੇ ਨਾਲ ਗਏ ਸੀ ਆਸਕਰ ਫਰਨਾਂਡਸ ਸਾਡੇ ਜਨਰਲ ਸੈਕਟਰੀ ਹੁੰਦੇ ਸੀ, ਤੇ ਉਹਨਾਂ ਨੇ ਮੈਨੂੰ ਇੰਨੀ ਗੱਲ ਕੀਤੀ ਕਿ ਇਹ ਗਾੜੀ ਦੀ ਚਾਬੀ ਪੜੀ ਹੈ, ਜੋ ਆਪਕੋ ਗਾੜੀ ਅੱਛੀ ਲੱਗती ले लीजिए, राजीव जी का हुक्म है। ਅਸੀਂ ਲੀਡਰ ਹਿੰਦੁਸਤਾਨ ਦੇ, ਅਸੀਂ ਬਲਾਕ ਪ੍ਰੈਜ਼ੀਡੈਂਟ ਹੋ ਕੇ ਰਾਜੀਵ ਗਾਂਧੀ ਨਾਲ ਗੱਲ ਕਰ ਲੈਂਦੇ ਸੀ, ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰ ਲੈਂਦੇ ਸੀ। ਅੱਜ ਅਮਰਿੰਦਰ ਸਿੰਘ ਨਾਲ ਕੋਈ ਗੱਲ ਕਰਕੇ ਦਿਖਾਏ, ਜੇ ਅੱਜ ਦਾ ਯੂਥ ਅੰਦਰ ਵੜ ਕੇ ਦਿਖਾਏ। ਅੱਜ ਉਹਨਾਂ ਨੂੰ ਆਹ ਚੀਜ਼ਾਂ ਸਾਨੂੰ ਪ੍ਰਭਾਵਿਤ ਕੀਤੀਆਂ ਜਿਹੜੀਆਂ ਅਸੀਂ ਕਾਂਗਰਸ ਦੇ ਅੰਦਰ ਕੰਟੀਨਿਊ 35 ਸਾਲ ਕੀਤੇ। ਮੈਂ ਪਿਛਲੀ ਡਿਬੇਟ 'ਚ ਵੀ ਇਹ ਗੱਲ ਕੀਤੀ ਸੀ ਜਦੋਂ ਮੇਰੀ ਗੱਲ ਹੋਈ ਸੀ ਕਿ ਕਿਹੜਾ ਹਿੰਦੁਸਤਾਨ ਦਾ ਲੀਡਰ ਹੈ। ਜੇ ਮੈਂ ਕਹਾਂ ਕਿ ਮੈਂ ਰਾਜੀਵ ਜੀ ਨਾਲ ਕੰਮ ਕੀਤਾ, ਮੈਂ ਰਾਜੀਵ ਜੀ ਨੂੰ ਇੰਨੀ ਵਾਰੀ ਮਿਲਿਆ, ਇਹ ਤਾਂ ਮੈਨੂੰ ਇੰਨਾ ਪਤਾ ਕਿ ਅੱਜ ਦੇ ਲੀਡਰ ਵੀ ਇਹ ਜਾਣਦੇ ਨੇ ਕਿ ਗੁਰਵਿੰਦਰ ਸਿੰਘ ਨੂੰ ਹਿੰਦੁਸਤਾਨ 'ਚ ਰਾਜੀਵ ਗਾਂਧੀ ਨੇ ਆਪ ਗੱਡੀ ਦਿੱਤੀ ਸੀ। ਮੈਂ ਇਹ ਕਹਿ ਸਕਦਾ ਕਿ ਅੱਜ ਵੀ ਉਹ ਲੀਡਰ ਜ਼ਿੰਦਾ ਨੇ, ਅੱਜ ਵੀ ਉਹ ਲੀਡਰ ਮੇਰੇ ਨਾਲ ਦੇ ਹੀ ਨਹੀਂ ਹੋ। ਉਸ ਤੋਂ ਬਾਅਦ ਉਹ ਲੀਡਰ ਲੈਣ ਵਾਸਤੇ ਗਏ, ਫਿਰ ਉਹਨਾਂ ਨੂੰ ਵੀ ਉਹਨਾਂ ਨੇ ਦਿੱਤੀ ਜੀ, ਆਪਨੇ ਉनको ਦੇ ਦੀ, ਹमें भी दीजिए। उन्होंने भी फिर गड्डी ਲਈ। ਆ ਇੱਕ ਲੀਡਰ ਸੀ, ਆ ਇੱਕੋ ਫੈਮਿਲੀ ਸੀ ਕਿ ਜਿਹੜੇ ਕਾਂਗਰਸ ਦੇ ਵਰਕਰ ਨੂੰ ਜਿਹੜਾ ਉਹ ਪਛਾਣਦੇ ਸੀ ਤੇ ਕਾਂਗਰਸ ਦੇ ਵਰਕਰ ਨਾਲ ਗੱਲ ਕਰਦੇ ਸੀ। ਚਾਹੇ ਤੇ ਮੈਂ ਹਿੰਦੁਸਤਾਨ 'ਚ ਕਿਹੜੀ ਜਗ੍ਹਾ ਨਹੀਂ ਗਿਆ, ਮੈਨੂੰ ਕਾਂਗਰਸ ਨੇ ਨਹੀਂ ਭੇਜਿਆ। ਸਟੇਟਾਂ ਦੇ ਮੈਂ ਪ੍ਰੈਜ਼ੀਡੈਂਟ ਵੀ ਬਦਲੇ ਜੀ। ਮੇਰੇ ਨਾਲ ਸਤਿਆਜੀਤ ਗਾਇਕਵਾੜ ਸੀ, ਆਲ ਇੰਡੀਆ ਦਾ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ। ਉਸ ਵੇਲੇ ਮੈਨੂੰ ਅਬਜ਼ਰਵਰ ਬਣਾ ਕੇ ਭੇਜਿਆ ਸੀ ਉਹਨੂੰ ਕਿ ਫਲਾਣੇ ਪ੍ਰੈਜ਼ੀਡੈਂਟ ਕੋ ਆਪਨੇ ਸੁਣਨਾ ਹੀ ਨਹੀਂ ਹੈ। ਮਹਾਦਰਾ ਸਿੰਧੀਆ ਜੀ ਨਾਲ ਮੈਂ ਬੈਠਾ ਰਿਹਾ, ਗੁਲਾਮ ਨਬੀ ਆਜ਼ਾਦ ਨਾਲ ਮੈਂ ਬੈਠਾ ਰਿਹਾ, ਪ੍ਰਣਬ ਮੁਖਰਜੀ ਸਾਹਿਬ ਨਾਲ ਮੈਂ ਬੈਠਾ ਰਿਹਾ, ਮੋਤੀ ਲਾਲ ਵੋਰਾ ਜੀ ਨਾਲ ਮੈਂ ਬੈਠਾ ਰਹਿੰਦਾ ਸੀ, ਉਸ ਤੋਂ ਬਾਅਦ ਜਨਾਰਦਨ द्विवेदी जी ਨਾਲ ਮੈਂ ਬੈਠਾ ਰਹਿੰਦਾ ਸੀ। ਇਹ ਕਿਹੜੇ ਲੀਡਰਾਂ ਦੀ ਗੱਲ ਕਰਦੇ ਨੇ ਕਿ ਅੱਜ ਯੂਥ ਦਾ ਬੱਚਾ ਜਾਂ ਮੁੰਡਾ, ਮੈਂ ਅੱਜ ਕਹਿ ਸਕਦਾ
ਸਾਡੇ ਬੱਚੇ ਵੀ ਇੰਨੀ ਗੱਲ ਕਹਿੰਦੇ ਨੇ ਉਹਨਾਂ ਚੀਜ਼ਾਂ ਨੂੰ, ਇਹ ਵੀ ਉਹਨਾਂ ਲੀਡਰਾਂ ਨੂੰ ਸਾਰਿਆਂ ਨੂੰ ਮਿਲੇ ਨੇ ਕਿ ਹਾਂ ਅਸੀਂ ਵੀ ਆਣਾ, ਮਗਰ ਅੱਗੇ ਦਿਖਦਾ ਕੁਝ ਨਹੀਂ। ਪਰ ਇੱਥੇ ਮੈਂ ਚੀਜ਼ ਪੁੱਛਣਾ ਚਾਹੂੰਗੀ, ਤੁਸੀਂ ਦੇਖੋ ਇੰਨੇ ਵੱਡੇ ਵੱਡੇ ਨਾਮ ਲਏ, ਇੰਨੇ ਵੱਡੇ ਵੱਡੇ ਲੀਡਰ ਜੋ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਅਰਜਨ ਸਿੰਘ ਸਾਹਿਬ ਨਾਲ ਮੈਂ ਤਾਂ ਹੁਣ ਫੇਰ ਤੁਹਾਨੂੰ ਕਹਿੰਦਾ, ਅਰਜਨ ਸਿੰਘ ਸਾਹਿਬ ਇੱਕ ਥੰਮ ਸਨ ਕਾਂਗਰਸ ਦੇ, ਉਹ ਵੀ ਮੇਰੇ ਘਰ ਆਏ ਸਨ ਉਹਨਾਂ ਨੂੰ ਮਿਲਣ ਵਾਸਤੇ। ਮੌਜੂਦਾ ਉਸ ਵੇਲੇ ਸੀਐਮ ਸਾਹਿਬ ਸਨ ਆਪਣੇ ਅਮਰਿੰਦਰ ਸਿੰਘ ਸਾਹਿਬ, ਮੈਂ ਉਹਨਾਂ ਨੂੰ ਵੀ ਇਨਵਾਈਟ ਕੀਤਾ ਸੀ, ਚਲੋ ਉਹ ਨਹੀਂ ਆ ਪਾਏ ਤੇ ਮੇਰੇ ਘਰ ਹੋ ਕੇ ਗਏ ਨੇ। ਬਿਲਕੁਲ, ਮੈਂ ਇਸੇ ਚੀਜ਼ ਦੇ ਸਵਾਲ ਕਰਨ ਲੱਗੀ ਸੀ ਕਿ 35 ਸਾਲ ਇੱਕ ਪਾਰਟੀ ਨੂੰ ਦੇ ਦੇਣਾ ਹੈ ਨਾ, ਮਤਲਬ ਅਸੀਂ ਇੱਕ ਘਰ ਹੀ ਆਪਣਾ ਉਹੀ ਹੁੰਦਾ, ਬੰਦਾ ਆਪਣੇ ਪਰਿਵਾਰ ਤੋਂ ਜ਼ਿਆਦਾ ਫਿਰ ਪਾਰਟੀ ਨੂੰ ਟਾਈਮ ਦੇ ਰਿਹਾ ਹੁੰਦਾ, ਤਪੱਸਿਆ ਕਰਦਾ ਮਤਲਬ ਪੂਰੀ ਆਪਾਂ ਉਸ ਦੇ ਲਈ। ਤਾਂ ਅਖੀਰ ਅਜਿਹਾ ਕੀ ਲੱਗਿਆ ਕਿ ਤੁਹਾਨੂੰ ਲੱਗਿਆ ਕਿ ਹੁਣ ਬਦਲਾਅ ਇੱਥੇ ਮੇਰੇ ਹਿਸਾਬ ਨਾਲ ਜਾਂ ਹੋਣੇ ਜੋ ਹੋਣੇ ਚਾਹੀਦੇ ਨਹੀਂ ਹੋ ਰਹੇ, ਜੋ ਤੁਹਾਡਾ ਪਾਰਟੀ ਤੋਂ ਮਨ ਟੁੱਟ ਗਿਆ, ਅਜਿਹਾ ਮਤਲਬ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਮਨ ਟੁੱਟਿਆ, ਤੁਹਾਨੂੰ ਲੱਗਿਆ ਕਿ ਵੀ ਨਹੀਂ ਜੋ ਤੁਸੀਂ ਪਾਰਟੀ ਤੋਂ ਅਲੱਗ ਹੋਣ ਦਾ ਵੀ ਤੁਹਾਡੇ ਮਨ ਵਿੱਚ ਖਿਆਲ ਆਇਆ ਤੇ ਤੁਸੀਂ ਪਾਰਟੀ ਤੋਂ ਵੀ ਅਲੱਗ ਹੋ ਗਏ? ਅਲੱਗ ਹੋਣ ਦੀ ਗੱਲ ਤਾਂ ਮੈਂ ਜ਼ਰੂਰ ਤੁਹਾਨੂੰ ਦੱਸਾਂਗਾ ਜੀ, ਤੇ ਮੈਂ ਅਲੱਗ ਕਿਉਂ ਹੋਇਆ ਉਹ ਵੀ ਦੱਸਦਾ ਜੀ, ਮਗਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਲੀਡਰਸ਼ਿਪ ਦੀ। ਜੀ ਜੀ ਜੀ, ਕਿ ਅਗਰ ਅੱਜ ਯੂਥ ਆਵੇ ਜਾਂ ਯੂਥ ਤੋਂ ਸਾਡੀ ਉਮਰ ਦੇ ਬੰਦੇ ਆਣ ਜਾਂ 40-45 ਸਾਲ ਦੇ ਬੰਦੇ ਆਣ ਪਾਰਟੀ ਦੇ ਅੰਦਰ, ਜਾਂ 20-20 ਸਾਲ ਉਹਨਾਂ ਦੀ ਅਗਰ ਪਾਰਟੀ ਦੇ ਅੰਦਰ ਅਗਰ ਉਹਨਾਂ ਦੀ ਦੇਣ ਹੋਵੇ ਉਹ ਆਣ, ਸਭ ਤੋਂ ਵੱਡੀ ਗੱਲ ਹੁੰਦੀ ਹੈ ਲੀਡਰ ਤੇ ਡਿਪੈਂਡ ਹੋਣਾ। ਕਿ ਲੀਡਰ ਕੀ ਕਰਦਾ ਉਹਨਾਂ ਵਰਕਰਾਂ ਦੇ ਨਾਲ, ਕਿਆ ਲੀਡਰ ਜਿਹੜਾ ਉਹ ਯੂਜ਼ ਕਰਦਾ ਜੀ ਜੀ, ਕਿਆ ਉਸ ਤੋਂ ਬਾਅਦ ਉਹ ਲੀਡਰ ਨੂੰ, ਮੈਂ ਅੱਜ ਤੁਹਾਨੂੰ ਇਹ ਗੱਲ ਦੱਸ ਸਕਦਾ ਕਿ ਕਿਉਂ ਮਨ ਟੁੱਟਿਆ ਜਾਂ ਕਿਉਂ ਵੀ ਮੈਂ ਅੱਜ ਵੀ ਇਹ ਕਹਿ ਸਕਦਾ ਦਾਅਵੇ ਨਾਲ ਮੇਰਾ ਕਾਂਗਰਸ ਤੋਂ ਅੱਜ ਵੀ ਮਨ ਨਹੀਂ ਟੁੱਟਿਆ। ਅੱਛਾ, ਮੈਨੂੰ ਕਹਿਣ 'ਚ ਕੋਈ ਇਤਰਾਜ਼ ਨਹੀਂ ਜੀ ਜੀ, ਕਿ ਤੁਸੀਂ ਇਹ ਕਹੋਗੇ ਮੈਂ ਸਿਰਫ ਛੱਡੀ ਤਾਂ ਕਿਉਂਕਿ ਅਮਰਿੰਦਰ ਸਿੰਘ ਵਰਗਾ ਚੀਫ ਮਿਨਿਸਟਰ ਹੈ ਪੰਜਾਬ ਦਾ। ਇਹ ਜਿਹੜੀ ਪੈਸੇ ਦੀ ਪ੍ਰਥਾ ਚੱਲੀ ਹੈ ਨਾ, ਇਹ ਅਮਰਿੰਦਰ ਸਿੰਘ ਨੇ ਚਲਾਈ ਹੈ ਪੰਜਾਬ ਦੇ ਅੰਦਰ, ਕਿ ਪੈਸਾ ਦਿਓ ਤੇ ਬਣ ਜਾਓ, ਜੀ ਜੀ, ਅਦਰਵਾਈਜ਼ ਤੁਹਾਡੀ ਕੋਈ ਵੈਲਿਊ ਨਹੀਂ ਪੰਜਾਬ ਦੇ ਅੰਦਰ। ਕਿਸੇ ਜਿਹੜਾ ਮਰਜ਼ੀ ਬੰਦਾ ਕਹਦੇ, ਮੈਂ ਪਿਛਲੀ ਡਿਬੇਟਰ 'ਚ ਵੀ ਇਹ ਗੱਲ ਕਹੀ ਹੈ ਕਿ ਸਿਰਫ ਜਿਹੜੀ ਸੇਵਾ ਭਾਵਨਾ ਵੇ ਨਾ, ਹੁਣ ਜੇ ਮੈਂ ਪੈਸੇ ਦੇਵਾਂਗਾ ਤੇ ਫਿਰ ਮੈਂ ਪੈਸੇ ਹੀ ਕਮਾਣੇ ਨੇ। ਜੀ ਜੀ, ਜੇ ਮੈਂ ਦੁਕਾਨ ਖੋਲੀਏ, ਜੇ ਮੈਂ ਰਸੌਦਾ ਰੱਖਿਆ ਉਹਦੇ ਵਿੱਚ ਤੇ ਮੈਂ ਵੇਚਣਾ ਹੀ ਹੈ ਨਾ ਜੀ, ਤੇ ਜੇ ਮੈਂ ਕਮਾਣਾ ਹੀ ਹੈ ਨਾ ਪੈਸਾ, ਜੇ ਮੈਨੂੰ ਤੁਸੀਂ ਪੈਸਾ ਦੇ ਕੇ ਹੀ ਅਗਰ ਬਣਾਣਾ ਤੇ ਫਿਰ ਮੈਂ ਪੈਸਾ ਹੀ ਅੱਗੋਂ ਕਮਾਣਾ ਹੈ। ਜੀ ਜੀ ਜੀ, ਫਿਰ ਮੇਰੇ ਅੰਦਰ ਸੇਵਾ ਭਾਵਨਾ ਦੀ ਗੱਲ ਕੋਈ ਨਹੀਂ ਹੈਗੀ। ਜੇ ਮੈਂ ਕਹਾਂਗੀ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਨੇ ਪੰਜਾਬ ਦੇ, ਤੇ ਅੱਜ ਕੀ ਹੋ ਰਿਹਾ ਪੰਜਾਬ 'ਚ? ਅੱਜ ਪੰਜਾਬ ਦੇ ਲੋਕ ਹਰ ਜਗ੍ਹਾ ਤੇ ਧਰਨੇ ਕਿਉਂ ਲੱਗੇ ਹੋਏ ਨੇ? ਮੈਂ ਕੰਮ ਕੀਤਾ ਸਰਦਾਰ ਬੇਅੰਤ ਸਿੰਘ ਜੀ ਨਾਲ, ਮੈਂ ਕੰਮ ਕੀਤਾ ਸਰਦਾਰ ਬੂਟਾ ਸਿੰਘ ਜੀ ਨਾਲ, ਮੈਂ ਕੰਮ ਕੀਤਾ ਗਿਆਨੀ ਜੈਲ ਸਿੰਘ ਜੀ ਨਾਲ, ਮੈਂ ਕੰਮ ਕੀਤਾ ਗੁਲਾਮ ਨਬੀ ਆਜ਼ਾਦ ਦੇ ਨਾਲ, ਮੈਂ ਕੰਮ ਕੀਤਾ ਮੋਤੀ ਲਾਲ ਵੋਰਾ ਜੀ ਦੇ ਨਾਲ, ਮੈਂ ਕੰਮ ਕੀਤਾ ਜਨਾਰਦਨ ਦਵੇਦੀ ਨਾਲ, ਆਸਕਰ ਫਰਨਾਂਡਸ ਜਿਹੜੇ ਹੁਣ ਚੀਫ ਮਿਨਿਸਟਰ ਬਣੇ ਨੇ ਮੱਧ ਪ੍ਰਦੇਸ਼ ਦੇ, ਕਮਲਨਾਥ ਜੀ ਦੇ ਨਾਲ। ਮੈਂ ਇਹਨਾਂ ਲੋਕਾਂ ਨਾਲ ਕੰਮ ਕੀਤਾ ਹੈਗਾ ਜਿਹੜੇ ਦਿਲ ਤੋਂ ਵੀ ਰਾਜਾ ਸਨ ਤੇ ਜਿਹੜੇ ਗੱਲ ਤੋਂ ਵੀ ਰਾਜਾ ਸਨ। ਪਰ ਆਪਣੇ ਘਰ ਵਿੱਚ ਕੋਈ ਚੀਜ਼ ਲੱਗਦਾ ਵੀ ਸੁਧਾਰ ਕਰਨੀ ਚਾਹੀਦੀ ਤਾਂ ਬੰਦਾ ਉਹਦੇ ਲਈ ਡਟ ਕੇ ਲੜਦਾ ਵੀ ਹੈ ਕਿ ਆਪਾਂ ਇਹ ਸੁਧਾਰ ਕਰੀਏ। ਦਿੱਲੀ ਤੱਕ ਅਗਰ ਤੁਹਾਡੇ ਸਾਰੇ ਰਿਲੇਸ਼ਨ ਹੈ, ਵਧੀਆ ਗੱਲਬਾਤ ਹੈ, ਤੁਸੀਂ ਮਤਲਬ ਇਸ ਚੀਜ਼ ਦੀ ਪਹਿਲ ਕਰ ਸਕਦੇ ਸੀ ਕਿ ਪਾਰਟੀ ਵਿੱਚ ਚੀਜ਼ ਬਦਲੀ ਜਾਏ ਜੋ ਸਹੀ ਨਹੀਂ ਲੱਗ ਰਹੀ, ਪਰ ਪਾਰਟੀ ਤੋਂ ਅੱਡ ਹੋ ਜਾਣਾ, ਨਾਰਾਜ਼ ਹੋ ਜਾਣਾ, ਤੇ ਇਹ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗੇ ਮਿਹਨਤ ਤਾਂ ਤੁਹਾਡੀ ਕੀਤੀ ਖਰਾਬ ਹੋਈ ਕਿ ਤੁਸੀਂ ਇੰਨਾ ਟਾਈਮ ਲਗਾਇਆ ਸੀ? ਵਾਜਿਬ ਗੱਲ ਹੈ ਤੁਹਾਡੀ, ਅੱਛੀ ਗੱਲ ਹੈ ਜੋ ਤੁਸੀਂ ਕਹਿ ਰਹੇ ਹੋ, ਕਿਤੇ ਨਾ ਕਿਤੇ ਠੇਸ ਪਹੁੰਚੀ ਮਨ ਨੂੰ। ਜੀ ਜੀ ਜੀ, ਦੁੱਖ ਤਾਂ ਹੁੰਦਾ ਹੈਗਾ ਕਿ ਜੇ 90 ਸਾਲ ਦੀ ਲੇਡੀ ਮੁੱਖ ਮੰਤਰੀ ਦੇ ਬਾਹਰ ਆ ਕੇ ਖੜੀ ਹੋ ਜਾਵੇ, 80-85 ਸਾਲ ਦੀ, ਉਹਦੇ ਕੋਲੋਂ ਚੱਲਿਆ ਵੀ ਨਾ ਜਾਵੇ ਤੇ ਉੱਥੇ ਉਹਨੂੰ ਧੱਕੇ ਪੈਣ, ਉੱਥੇ ਆ ਕੇ ਮਨ 'ਚ ਹੋ ਜਾਂਦਾ ਕਿ ਇਹ ਸਾਡੀ ਕਾਂਗਰਸ ਰਹਿ ਗਈ ਹੁਣ। ਬਿਲਕੁਲ ਬਿਲਕੁਲ, ਇਹ ਮੁੱਖ ਮੰਤਰੀ ਹੈ ਸਾਡੇ ਪੰਜਾਬ ਦਾ। ਕਿ ਜੇ ਅਗਰ 85 ਸਾਲ ਦੀ ਲੇਡੀ ਔਰ 90 ਸਾਲ ਦਾ ਇੱਕ ਬਜ਼ੁਰਗ ਬਾਹਰ ਆ ਕੇ ਖੜਾ ਤਾਂ ਉਹਨੂੰ ਧੱਕੇ ਪੈ ਰਹੇ ਨੇ, ਮੈਟਲ ਡਿਟੈਕਟਰ ਲਗਾਏ ਜਾ ਰਹੇ ਨੇ ਉਹਨੂੰ। 90 ਸਾਲ ਦਾ ਬੰਦਾ ਤਾਂ ਚੱਲ ਹੀ ਨਹੀਂ ਸਕਦਾ। ਬਿਲਕੁਲ ਬਿਲਕੁਲ, ਤੇ ਉਹਨੂੰ ਦੇਖਿਆ ਜਾ ਰਿਹਾ ਵੀ ਇਹ ਉਗਰਵਾਦੀ ਹੈ, ਤੇ ਜਿਹੜੇ ਉਗਰਵਾਦੀ ਨੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ, ਜਿਹੜੇ ਨਿਊਜ਼ੈਂਸ ਕ੍ਰੀਏਟ ਕਰਦੇ ਨੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ। ਕਿਤੇ ਨਾ ਕਿਤੇ ਠੇਸ ਲੱਗਦੀ ਹੈ ਜਦੋਂ ਕਾਂਗਰਸ ਦਾ ਬੰਦਾ ਆ ਕੇ ਕਾਂਗਰਸ ਭਵਨ ਦੇ ਵਿੱਚ ਬਹਿ ਕੇ ਇੰਨੀ ਗੱਲ ਕਵੇ, ਸਾਡਾ ਸਾਥੀ ਹੋਵੇ ਕਿ ਯਾਰ ਮੇਰਾ ਤਾਂ ਕੰਮ ਹੀ ਕੋਈ ਨਹੀਂ ਹੋਇਆ ਅੱਜ 2 ਸਾਲ ਹੋ ਗਏ। ਬਿਲਕੁਲ, ਇਹ ਚੀਜ਼ਾਂ ਫਿਰ ਮਨ ਨੂੰ ਬੜੀ ਵੱਡੀ ਠੇਸ ਪਹੁੰਚਦੀ ਹੈ। ਯਾਰ ਕੰਮ ਤੇ ਅਸੀਂ ਇਹਦੇ ਕੋਲ ਬਹੁਤ ਲਿਆ ਸੀ, ਜਦੋਂ ਅਸੀਂ ਇਹਦੇ ਕੋਲ ਬਠਿੰਡੇ 'ਚ ਗਏ ਤੇ ਜਦੋਂ ਅਸੀਂ ਇਹਦੇ ਕੋਲ ਬਟਾਲੇ 'ਚ ਗਏ ਤੇ ਜਦੋਂ ਇਹ ਸਾਡੇ ਨਾਲ ਜਲੰਧਰ ਗਿਆ ਜਾਂ ਜਦੋਂ ਸਾਡੇ ਨਾਲ ਲੁਧਿਆਣੇ ਗਿਆ, ਤੇ ਯਾਰ ਇਹਦੀ ਗੱਡੀਆਂ ਤੇ ਝੰਡੇ ਲੱਗੇ ਹੋਏ ਸੀ ਤੇ ਰੋਟੀਆਂ ਘਰੋਂ ਭਗਵਾ ਕੇ ਲਿਆ ਸੀ, ਤੇ ਯਾਰ ਇਹਦਾ ਕੰਮ ਹੀ ਨਹੀਂ ਹੋਇਆ ਤੇ ਅੱਜ 2 ਲੱਖ ਰੁਪਏ ਦਿਓ ਤੇ ਕੰਮ ਕਰਾਓ। ਫਿਰ ਮਨ 'ਚ ਬੜੀ ਭਾਰੀ ਠੇਸ ਲੱਗੀ। ਬਿਲਕੁਲ ਬਿਲਕੁਲ, ਔਰ ਉਹ ਬੰਦੇ ਕਾਂਗਰਸ ਦੇ ਵਿੱਚ ਆ ਗਏ ਜਿਨ੍ਹਾਂ ਨੂੰ ਕਾਂਗਰਸ ਦਾ ਕਲਚਰ ਹੀ ਨਹੀਂ ਪਤਾ। ਅੱਜ ਮੈਂ ਕਹਿ ਸਕਦਾ ਕਿ ਹਿੰਦੁਸਤਾਨ ਦੇ ਅੰਦਰ ਜਿਹੜਾ ਕਾਂਗਰਸ ਦਾ ਕਲਚਰ, 70% ਲੋਕ ਜਿਹੜੇ ਨੇ ਉਹ ਕਾਂਗਰਸ ਦੇ ਕਲਚਰ ਦੇ ਨੇ, ਫਿਰਕਾ ਪ੍ਰਸਤੀ ਨਹੀਂ, ਮੇਲ ਜੋਲ, ਕੌੜੀ ਸੱਚਾਈ ਹੈ ਜੋ ਇਹ ਜਿਹੜੀ ਕਾਂਗਰਸ ਨੇ ਚੀਜ਼ ਸਿਖਾਈ ਹੈ ਨਾ ਬਾਈ ਬਰਥ, ਉਹ ਸਾਨੂੰ ਇਹ ਸਿਖਾਈ ਹੈਗੀ ਸੀ। ਇਹ ਚੀਜ਼ ਸਾਡੇ ਅੰਦਰ ਜਾਤ ਪਾਤ ਨਹੀਂ ਹੈਗੀ, ਕੋਈ ਮੁਸਲਿਮ ਹੈ ਤਾਂ ਵੀ ਸਤਿ ਸ਼੍ਰੀ ਅਕਾਲ ਹੈ, ਜੇ ਕੋਈ ਸਿੱਖ ਹੈ ਤਾਂ ਵੀ ਕੋਈ ਸਤਿ ਸ਼੍ਰੀ ਅਕਾਲ ਹੈ, ਜੇ ਕੋਈ ਬ੍ਰਾਹਮਣ ਹੈ ਤਾਂ ਵੀ ਕੋਈ ਸਤਿ ਸ਼੍ਰੀ ਅਕਾਲ ਹੈ, ਜੇ ਕੋਈ ਜੱਟ ਹੈ ਤਾਂ ਵੀ ਸਤਿ ਸ਼੍ਰੀ ਅਕਾਲ ਹੈ, ਜੇ ਕੋਈ ਪਿਛੜੀ ਜਾਤੀ ਦੇ ਨੇ, ਕੋਈ ਕਿਸੇ ਵੀ ਜਾਤੀ ਦੇ ਨੋ ਕਿਸੇ
ਤਾਂ ਵੀ ਸੱਚੀ ਗੱਲ, ਅਗਰ ਉਹ ਸਾਡਾ ਲੀਡਰ ਹੈ ਤੇ ਸਾਨੂੰ ਉਹਦੀ ਜਾਤ ਨਹੀਂ ਵੇਖਣੀ, ਅਸੀਂ ਤਾਂ ਉਹਦੇ ਅੱਗੇ ਹੱਥ ਜੋੜਨੇ। ਜੀ 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 ਜੀ। ਸਾਡੇ ਅੰਦਰ ਫਿਰਕਾ ਪ੍ਰਸਤੀ ਨਹੀਂ ਹੈਗੀ, ਪਰ ਅੱਜ ਵੀ ਨਹੀਂ ਹੈਗੀ। ਅੱਜ ਵੀ ਅਸੀਂ ਕਾਂਗਰਸ ਭਵਨ ਦੇ ਅੰਦਰ ਕਦੀ ਇਹ ਚੀਜ਼ ਨਹੀਂ ਸੋਚੀ ਸੀ ਕਿ ਯਾਰ ਇਹ ਫਲਾਣੇ ਸੈੱਲ ਦਾ ਬੰਦਾ ਹੈਗਾ, ਇਹ ਛੋਟੀ ਜਾਤ ਦਾ ਹੈਗਾ, ਇਹ ਵੱਡੀ ਜਾਤ ਦਾ ਹੈਗਾ। ਅਸੀਂ ਇਕੱਠੇ ਬਹਿ ਕੇ ਉੱਥੇ ਰੋਟੀ ਖਾਂਦੇ ਸੀ, ਕਾਂਗਰਸ ਦਾ ਕਲਚਰ ਸੀ। ਮਗਰ ਅੱਜ ਕਾਂਗਰਸ ਭਵਨ ਦੇ ਅੰਦਰ ਕਿਹੜਾ ਕਲਚਰ ਹੈ ਕਿ 5 ਸਟਾਰ ਤੋਂ ਰੋਟੀ ਆਉਂਦੀ ਉੱਥੇ। ਅੱਜ ਦੇ ਜਿਹੜੇ ਜਨਰਲ ਸੈਕਟਰੀ ਉੱਥੇ ਬੈਠੇ ਨੇ, ਉਹ ਉਹਨਾਂ 'ਚ ਬਹਿ ਕੇ ਰੋਟੀ ਵੀ ਨਹੀਂ ਖਾਂਦੇ ਸੀ। ਉਹਨਾਂ ਦੀ ਚਾਹ ਵੱਖਰੀ ਆਉਂਦੀ ਸੀ ਤੇ ਸਾਡੀ ਚਾਹ ਵੱਖਰੀ ਆਉਂਦੀ ਸੀ। ਉਹ ਮਤਲਬ ਕਿਤੇ ਨਾ ਕਿਤੇ ਬੰਦੇ ਨੂੰ ਫੀਲ ਹੁੰਦਾ ਕਿ ਅਸੀਂ ਇੰਨਾ ਕੰਮ ਕਰ ਰਹੇ ਨਹੀਂ, ਸੇਵਾ ਦੇ ਨਾਲ ਕਰ ਰਹੇ ਹਾਂ ਤੇ ਸਾਡੇ ਨਾਲ ਕਿਸ ਤਰ੍ਹਾਂ ਦਾ 10 ਸਾਲਾਂ ਦੇ ਕੰਮ ਤਾਂ ਹੁਣ ਅਸੀਂ 35 ਸਾਲ ਤੋਂ ਕਰ ਰਹੇ ਹਾਂ। ਅੱਜ ਜਿਹੜੇ ਜਨਰਲ ਸੈਕਟਰੀ ਇਹਨਾਂ ਨੇ ਬਿਠਾਏ ਹੋਏ ਨੇ, ਨਾ ਕਦੀ ਬਲਾਕ ਪ੍ਰਧਾਨ ਰਹੇ ਨੇ, ਨਾ ਕਦੀ ਜ਼ਿਲ੍ਹਾ ਪ੍ਰਧਾਨ ਰਹੇ ਨੇ, ਨਾ ਕਦੀ ਸਟੇਟ ਬਾਡੀ 'ਚ ਆਏ ਨੇ, ਸਿੱਧਾ ਚੁੱਕ ਕੇ ਲਿਆ ਕੇ ਜਨਰਲ ਸੈਕਟਰੀ ਬਿਠਾਤਾ। ਜੀ ਜੀ ਜੀ। ਕੋਈ ਬੰਦਾ ਪਤਾ ਨਹੀਂ ਕਿੱਥੇ ਦਾ ਹੈਗਾ ਤੇ ਉਹਨੂੰ ਲਿਆ ਕੇ ਚੇਅਰਮੈਨ ਬਣਾਤਾ, ਕੋਈ ਰਾਜਸਥਾਨ ਦਾ ਤੇ ਉਹਨੂੰ ਚੇਅਰਮੈਨ ਬਣਾਤਾ, ਤੇ ਕੋਈ ਮੱਧ ਪ੍ਰਦੇਸ਼ ਦਾ ਤੇ ਉਹਨੂੰ ਚੇਅਰਮੈਨ ਬਣਾਤਾ। ਕਿੱਥੇ ਗਈ ਉਹ ਵਰਕਰ, ਕਿੱਥੇ ਗਈਆਂ ਉਹ ਪਾਰਟੀਆਂ? ਜਦ ਤੱਕ ਤੁਸੀਂ ਪੁਰਾਣੇ ਲੋਕਾਂ ਨੂੰ ਨਹੀਂ ਲਿਆਓਗੇ, ਮੈਂ ਕਹਾਂਗੀ ਅੱਜ ਮੈਨੂੰ ਅੱਜ ਕਹਿਣਾ ਨਹੀਂ ਚਾਹੀਦਾ, ਚਲੋ ਮੈਂ ਦੱਸ ਦੇਣਾ ਤੁਹਾਨੂੰ, ਤੁਸੀਂ ਅਗਰ ਇੰਨੇ ਵਿਸਤਾਰ ਨਾਲ ਗੱਲ ਕਰ ਰਹੇ। ਸੁਨੀਲ ਜਾਖੜ ਜੀ ਨੇ, ਪੰਜਾਬ ਦੇ ਪ੍ਰਧਾਨ ਨੇ, ਤੁਸੀਂ ਪੁੱਛੋ ਵੀ ਉਹਨਾਂ ਦੀ ਹਾਲਤ ਕੀ ਹੈ। ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਜੀ। ਤੁਸੀਂ ਉਹਨਾਂ ਦੇ ਮੋਬਾਈਲ ਬਾਹਰ ਰੱਖ ਲਏ। ਪ੍ਰਧਾਨ ਕਦੀ ਵੱਡਾ, ਚੀਫ ਮਿਨਿਸਟਰ ਕਦੀ ਵੱਡਾ ਨਹੀਂ ਹੁੰਦਾ। ਪਾਰਟੀ ਦਾ ਪ੍ਰਧਾਨ ਜਿਹੜਾ ਹੁੰਦਾ ਉਹ ਵੱਡਾ ਹੁੰਦਾ। ਬਿਲਕੁਲ ਬਿਲਕੁਲ। ਪਾਰਟੀ ਦੇ ਨਾਲ ਗਵਰਨਮੈਂਟ ਹੁੰਦੀ ਹੈ, ਗਵਰਨਮੈਂਟ ਦੇ ਨਾਲ ਪਾਰਟੀ ਨਹੀਂ ਹੁੰਦੀ। ਜੀ ਜੀ। ਪਾਰਟੀ ਜਿਹੜੀ ਹੈ ਹਮੇਸ਼ਾ ਉਹ ਨੋਮੀਨੇਟ ਕਰਦੀ ਹੈ ਜਾਂ ਉਹ ਕਹਿੰਦੀ ਹੈ ਕਿ ਜੀ ਇਹਨੂੰ ਚੀਫ ਮਿਨਿਸਟਰ ਬਣਾਇਆ ਜਾਵੇ। ਬਿਲਕੁਲ। ਤੇ ਕਾਂਗਰਸ ਪਾਰਟੀ ਦਾ ਅਗਰ ਚੀਫ ਮਿਨਿਸਟਰ ਤੇ ਉਹ ਅਮਰਿੰਦਰ ਸਿੰਘ ਕਾਂਗਰਸ ਆਪਣੇ ਆਪ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ ਕਿ ਮੈਂ ਸੁਪਰੀਮ ਹਾਂ। ਮਗਰ ਕਿਤੇ ਨਾ ਕਿਤੇ ਆ ਕੇ ਸੈਂਟਰ ਲੀਡਰਸ਼ਿਪ ਜਿਹੜੀ ਹੈ ਕਿ ਮੈਨੂੰ ਇਹ ਲੱਗਦਾ ਕਿ ਉਹ ਕਮਜ਼ੋਰ ਹੈ। ਅੱਜ ਦੀ ਡੇਟ ਦੇ ਵਿੱਚ ਸੈਂਟਰ ਲੀਡਰਸ਼ਿਪ ਇਹਦਾ ਵੀ ਇੱਕ ਐਗਜ਼ਾਮਪਲ ਹੈ ਕਿ ਇਹ ਪ੍ਰਿयंका गांधी जी ਦਾ ਆਪਣੀ ਇੱਕ ਕਹੀ ਹੋਈ ਇੱਕ ਗੱਲ ਹੈ कि जो हिंदुस्तान में हमारे लोग हारे हैं या मध्य प्रदेश में हारे हैं या राजस्थान में हारे हैं, मुख्यमंत्री तो अपने लड़कों के लिए लड़ रहे थे। तो मैं हम लोग क्या करते, वो कहते थे पार्टी छोड़ जाते। ਇਹਦੀ ਜਗ੍ਹਾ ਤੇ ਅਗਰ ਰਾਜੀਵ ਗਾਂਧੀ ਹੁੰਦੇ, ਇਹਨਾਂ ਦੀ ਜਗ੍ਹਾ ਤੇ ਅਗਰ ਇੰਦਰਾ ਗਾਂਧੀ ਹੁੰਦੇ, ਕੰਨ ਤੋਂ ਫੜ ਕੇ ਬਾਹਰ ਕੱਢ ਦਿੰਦੇ। ਤੇ ਇੱਥੇ ਵੀ ਚੀਜ਼ ਤੁਸੀਂ ਗੱਲ ਕਰ ਰਹੇ ਜੀ ਜੀ ਜੀ। ਹੁਣ ਅਗਰ ਅਸੀਂ ਇਹ ਗੱਲ ਕਰੀਏ, ਤੁਸੀਂ ਸੈਂਟਰ ਤੱਕ ਆਏ ਹੋ, ਮਤਲਬ ਅਗਰ ਕਾਂਗਰਸ ਦੇ ਵਿੱਚ ਕੁਝ ਐਸੇ ਚਿਹਰੇ ਦੀ ਉਮੀਦ ਕੀਤੀ ਜਾਏ ਜਿਸ ਤੇ ਜਨਤਾ ਬਹੁਤ ਫੇਥ ਕਰੇ, ਜਾਂ ਜਿਵੇਂ ਰਾਹੁਲ ਗਾਂਧੀ ਦੀ ਅਸੀਂ ਗੱਲ ਕਰ ਲਈਏ, ਉਹ ਕੁਝ ਬਿਆਨ ਦਿੰਦੇ ਨੇ ਜਾਂ ਕੁਝ ਹੁੰਦਾ, ਉਹ ਮਤਲਬ ਉਸ 'ਚੋਂ ਸਿੰਸੀਅਰਿਟੀ ਜਾਂ ਉਹ ਜੋ ਲੋਕ ਚਾਹੁੰਦੇ ਨੇ ਕਿ ਹੋਣੀ ਚਾਹੀਦੀ ਹੈ ਉਹ ਨਜ਼ਰ ਨਹੀਂ ਆਉਂਦੀ, ਵੀ ਉੱਥੇ ਕਿਸ ਚੀਜ਼ ਦੀ ਕਮੀ ਲੱਗਦੀ? ਨਹੀਂ, ਥੋੜਾ ਜਿਹਾ ਲੱਗਦਾ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਹਿੰਦੁਸਤਾਨ ਦੇ ਅੰਦਰ ਕਾਂਗਰਸ 'ਚ ਅਜੇ ਇਹੋ ਜਿਹਾ ਕੋਈ ਲੀਡਰ ਨਹੀਂ ਹੈ। ਜੀ ਜੀ। ਮੈਨੂੰ ਕਹਿਣ 'ਚ ਕੋਈ ਇਤਰਾਜ਼ ਨਹੀਂ, ਜਿੰਨਾ ਮੇਰਾ ਐਕਸਪੀਰੀਅੰਸ। ਜੀ ਜੀ। ਗਾਂਧੀ ਪਰਿਵਾਰ ਤੋਂ ਇਲਾਵਾ ਜਿਹੜਾ ਹਿੰਦੁਸਤਾਨ ਦੇ ਵਿੱਚ ਮੈਨੂੰ ਇਹ ਕਹਿਣਾ ਪਏਗਾ ਜ਼ਬਰਦਸਤ ਤਰੀਕੇ ਨਾਲ, ਕੋਈ ਲੀਡਰ ਨਹੀਂ ਹੈਗਾ। ਜੀ ਜੀ। ਮੈਂ ਤੁਹਾਨੂੰ ਇੰਨੇ ਲੀਡਰਾਂ ਦੇ ਨਾਮ ਦੱਸਦੇ ਨੇ, ਮੈਨੂੰ ਕੋਈ ਲੀਡਰ ਦਾ ਮਤਲਬ ਕੀ ਹੁੰਦਾ? ਲੀਡਰ ਦਾ ਮਤਲਬ ਇਹ ਹੁੰਦਾ ਕਿ ਜਦੋਂ ਲੀਡਰ ਘਰ ਤੋਂ ਬਾਹਰ ਨਿਕਲੇ, ਤੁਸੀਂ ਹਿੰਦੁਸਤਾਨ ਦਾ ਕੋਈ ਵੀ ਲੀਡਰ ਲੈ ਆਓ ਕਾਂਗਰਸ ਦਾ, ਮੈਂ ਤਾਂ ਕਦੀ ਵੀ ਉੱਠ ਕੇ ਰੇਲਵੇ ਸਟੇਸ਼ਨ ਨਹੀਂ ਜਾਵਾਂਗਾ ਜਦ ਤੱਕ ਮੈਨੂੰ ਫੋਨ ਨਹੀਂ ਆਏਗਾ। ਮਗਰ ਜੇ ਰਾਹੁਲ ਗਾਂਧੀ ਆਏਗਾ, ਜੇ ਸੋਨੀਆ ਗਾਂਧੀ ਆਏਗੀ, ਮੈਨੂੰ ਪਤਾ ਲੱਗਾ ਕਿ ਦਿੱਲੀ ਤੋਂ ਬਹੁਤ ਵੱਡੇ ਲੀਡਰ ਆ ਰਹੇ ਨੇ, ਯਾਰ ਮੈਂ ਦੇਖਣ ਜਾਣਾ, ਮੈਂ ਉਹਨਾਂ ਨੂੰ ਮਿਲਣ ਵਾਸਤੇ ਜਾਣਾ, ਸਤਿ ਸ਼੍ਰੀ ਅਕਾਲ ਕਰਨਾ। ਔਰ ਮੈਂ ਮਿਲਿਆ ਜੀ ਜੀ। ਜਦੋਂ ਅਮਰਿੰਦਰ ਸਿੰਘ ਜੀ ਨੂੰ ਹਟਾਇਆ ਇੱਥੋਂ, ਮੈਂ ਯੂਟੀ ਗੈਸਟ ਹਾਊਸ ਦੇ ਵਿੱਚ ਰਾਹੁਲ ਗਾਂਧੀ ਨੂੰ ਆਵਾਜ਼ ਮਾਰ ਕੇ ਨਿਕਲ ਗਈ ਸੀ ਤੇ ਉਹ ਗੁਰਵਿੰਦਰ ਸਿੰਘ ਨੂੰ ਮਿਲ ਕੇ ਗਈ ਸੀ। ਜੀ ਜੀ ਜੀ। ਉਹਨੇ ਕਹਾ ਨਹੀਂ ਆइए भैया, आइए मेरे से बात करिए। मैं कहा अमरिंदर सिंह को हटा दीजिए, कांग्रेस खत्म कर देगा। आज जो सिचुएशन नजर आ रही है, उन्होंने हटाता सी। जी जी जी। ਪ੍ਰਤਾਪ ਸਿੰਘ ਬਾਜਵਾ ਨੂੰ ਲਾਇਆ ਸੀ ਦੁਬਾਰਾ ਉਹਨਾਂ ਨੇ। ਅੱਜ ਫੇਰ ਉਹੀ ਸਿਚੁਏਸ਼ਨ ਹੈ। ਅਸੀਂ ਬਾਰ-ਬਾਰ ਉਹਨਾਂ ਲੋਕਾਂ ਤੇ ਵਿਸ਼ਵਾਸ ਕਰਦੇ ਹਾਂ, ਅਸੀਂ ਉਹਨਾਂ ਲੋਕਾਂ ਨੂੰ ਦੁਬਾਰਾ ਲੈ ਕੇ ਆਨੇ ਆ ਕਿ ਸਾਡਾ ਇਹਨਾਂ ਦੇ ਬਿਨਾ ਕੁਝ ਨਹੀਂ ਹੈਗਾ, ਮਗਰ ਇਦਾਂ ਨਹੀਂ ਹੈਗਾ। ਅਸੀਂ ਪਾਰਟੀ ਦੇ ਨਾਲ ਆ, ਸਾਡੇ ਨਾਲ ਪਾਰਟੀ ਨਹੀਂ। ਬਿਲਕੁਲ ਬਿਲਕੁਲ, ਇਹ ਤਾਂ ਹੈ। ਇੱਥੇ ਮੈਂ ਇੱਕ ਚੀਜ਼ ਹੋਰ ਗੱਲ ਕਰਨੀ ਚਾਹੁੰਦੀ ਹਾਂ ਤੁਹਾਨੂੰ ਕਿ ਤੁਹਾਡੀ ਗੱਲਾਂ ਵਿੱਚ ਕਾਂਗਰਸ ਦੇ ਨਾਲ ਜੁੜੀਆਂ ਬਹੁਤ ਯਾਦਾਂ ਵੀ ਨੇ, ਕਈ ਗੱਲਾਂ ਵਿੱਚ ਤੁਹਾਡੇ ਚਿਹਰੇ ਤੇ ਬਹੁਤ ਮਾਣ ਵੀ ਆ ਜਾਂਦਾ ਕਾਂਗਰਸ ਨਾਲ ਜੁੜੀਆਂ ਗੱਲਾਂ ਦੇ ਵਿੱਚ। ਤੇ ਦੂਜੇ ਪਾਸੇ ਜਦ ਤੁਸੀਂ ਕਾਂਗਰਸ ਤੋਂ ਟੁੱਟ ਗਏ, ਮਨ ਤੁਹਾਡਾ ਬਹੁਤ ਮਾਯੂਸ ਹੋ ਗਿਆ ਕਾਂਗਰਸ ਤੋਂ, ਅਕਾਲੀ ਦਲ ਨੇ ਤੁਹਾਡੇ ਕੋਲ ਆਏ, ਸੁਖਬੀਰ ਬਾਦਲ ਜੀ ਆਏ, ਤੁਹਾਨੂੰ ਖੁਦ ਪਾਰਟੀ ਵਿੱਚ ਸ਼ਾਮਿਲ ਕੀਤਾ, ਪਰ ਜਿੱਥੇ ਤੁਸੀਂ ਕਾਂਗਰਸ ਦੇ ਵਿੱਚ ਇੱਕ ਬਹੁਤ ਵਧੀਆ ਬੁਲਾਰੇ ਸੀਗੇ, ਤੁਸੀਂ ਆਏ ਦਿਨ ਅਕਾਲੀਆਂ ਦੇ ਉੱਪਰ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ, ਪਰ ਅਜਿਹਾ ਕੀ ਹੋਇਆ ਕਿ ਅਕਾਲੀਆਂ ਨੇ ਜਦੋਂ ਤੁਹਾਨੂੰ ਆਪਣੇ ਵਿੱਚ ਰਲਾ ਲਿਆ, ਉਸ ਤੋਂ ਬਾਅਦ ਤੁਹਾਡੀ ਕੋਈ ਸਰਗਰਮੀ ਦਿਖਣੀ ਬੰਦ ਹੋ ਗਈ? ਕਿਤੇ ਇਹ ਤਾਂ ਨਹੀਂ ਸੀ ਕਿ ਉਹਨਾਂ ਨੇ ਮੌਕੇ ਦਾ ਫਾਇਦਾ ਲਿਆ ਕਿ ਇੱਕ ਜਿਹੜਾ ਚੰਗਾ ਬੁਲਾਰਾ ਹੈ ਨਾਰਾਜ਼ ਵੀ ਹੈ ਕਾਂਗਰਸ ਪਾਰਟੀ ਤੋਂ, ਤੇ ਕਿਉਂ ਨਾ ਇਸ ਬੰਦੇ ਨੂੰ ਤੋੜ ਕੇ ਅਲੱਗ ਬਿਠਾ ਦਿੱਤਾ ਜਾਏ? ਬਹੁਤ ਤੁਸੀਂ ਇਹੋ ਜਿਹਾ ਕੁਐਸਚਨ ਕਰਤਾ, ਬੜਾ ਗਹਿਰਾਈ ਵਾਲਾ ਕੁਐਸਚਨ ਹੈ ਇਹ ਜੀ। ਔਰ ਜਿੱਦ ਤੱਕ ਇਹ ਗੱਲ ਹੈ ਵੀ ਇਹ ਸਹੀ, ਔਰ ਹੋਇਆ ਵੀ ਇਦਾਂ ਹੀ ਹੈ ਜੀ। ਮੈਂ ਸੁਖਬੀਰ ਸਿੰਘ ਬਾਦਲ ਦੇਖੋ ਘਰ ਹੈ, ਮੈਂ ਤਾਂ ਕੋਈ ਉਹਨਾਂ ਨਾਲ ਸੰਪਰਕ ਨਹੀਂ ਕੀਤਾ, ਮੈਂ ਟੀਵੀ ਤੇ ਕਹਿ ਰਿਹਾ ਜੀ ਜੀ ਜੀ। ਨਾ ਤਾਂ ਮੈਂ ਅਕਾਲੀ ਦਲ 'ਚ ਕੋਈ ਫੋਨ ਕੀਤਾ, ਨਾ ਮੈਂ ਕਿਸੇ ਨਾਲ ਸੰਪਰਕ ਕੀਤਾ। ਉਹਨਾਂ ਦੇ ਕੋਈ ਬੜੇ ਨੇੜੇ ਦੇ ਬੰਦੇ ਸੀ, ਉਹ ਮੇਰੇ ਕੋਲ ਆਏ 2-3 ਵਾਰੀ, ਉਹਨਾਂ ਨੇ ਮੈਨੂੰ ਆ ਕੇ ਕਿਹਾ, ਨਾ ਮੈਂ ਉਹਨਾਂ ਨੂੰ ਹਾਂ ਕੀਤੀ ਤੇ ਨਾ ਮੈਂ ਉਹਨਾਂ ਨੂੰ ਹਾਂ ਨਾ ਕੀਤੀ। ਮੈਨੂੰ ਕਹਿਣ 'ਚ ਵੀ ਕੋਈ ਇਤਰਾਜ਼ ਨਹੀਂ, ਮੈਂ ਨਹੀਂ ਕਿਹਾ ਕਿ ਮੈਂ ਆਉਣਾ ਚਾਹੁੰਦਾ ਜਾਂ ਕੋਈ, ਇੱਥੇ ਬੈਠੇ ਰਹੇ ਰਾਤੀ 11-12 ਵਜੇ ਤੱਕ ਗੱਲਾਂ ਬਾਤਾਂ ਚੱਲਦੀਆਂ ਰਹੀਆਂ।
ਉਹ 3 ਦਿਨ ਬਾਅਦ ਸੁਖਬੀਰ ਸਿੰਘ ਬਾਦਲ ਜੀ ਪਟਿਆਲੇ ਤੋਂ ਚੱਲੋ, ਮੈਨੂੰ ਫੋਨ ਆਇਆ ਕਿ ਤੁਸੀਂ ਆਪਾਂ ਤੁਹਾਡੇ ਕੋਲ ਚਾਹ ਪੀਣ ਵਾਸਤੇ ਆਉਣਾ। ਰਾਜਪੁਰੇ ਆਏ ਤੇ ਮੈਨੂੰ ਉਹਨਾਂ ਨੇ ਫੋਨ ਕੀਤਾ, ਜੀਰਕਪੁਰ ਆ ਕੇ ਉਹਨਾਂ ਨੇ ਕਿਹਾ ਜੀ ਅਸੀਂ 15 ਮਿੰਟ 'ਚ ਤੁਹਾਡੇ ਕੋਲ ਆ ਗਏ, ਤੇ ਈਵਨ ਸਿਕਿਉਰਿਟੀ ਲੱਗ ਗਈ। ਸੁਖਬੀਰ ਸਿੰਘ ਬਾਦਲ ਜੀ ਆਏ, ਸਿਰ ਮੱਥੇ ਤੇ ਇੱਕ ਸ਼ਖਸੀਅਤ ਨੇ ਪੰਜਾਬ ਦੀ, ਉਹ ਆਏ, ਮੈਂ ਉਹਨਾਂ ਦਾ ਇੱਜ਼ਤ ਮਾਨ ਕੀਤਾ। ਮਨ ਮੇਰਾ ਉਦੋਂ ਵੀ ਨਹੀਂ ਸੀ ਜਾਣਦਾ, ਮੈਨੂੰ ਕਹਿਣ 'ਚ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਉਹਨਾਂ ਦੀ ਪਾਲਿਸੀਜ਼, ਉਹਨਾਂ ਦੀ ਜਿਹੜੀ ਗੱਲਬਾਤ ਹੈ ਜਾਂ ਉਹਨਾਂ ਦੀ ਜੋ ਵੀ ਉਹਨਾਂ ਦੀ ਪਾਰਟੀ ਦੀ ਹੈ, ਮੈਂ ਪਰਸਨਲ ਕਦੀ ਸੁਖਬੀਰ ਸਿੰਘ ਬਾਦਲ ਜੀ ਦੀ ਜਿਹੜੀ ਹੈ ਨਾ ਮੈਂ ਬੁਰਾਈ ਨਹੀਂ ਕਰਾਂਗਾ। ਮੈਂ ਅੱਜ ਵੀ ਤੁਹਾਨੂੰ ਇੰਨੀ ਗੱਲ ਕਹਿ ਰਿਹਾ, ਕਿਉਂਕਿ ਜੇ ਉਹਨਾਂ ਨੇ ਮਾਨ ਸਨਮਾਨ ਦਿੱਤਾ, ਜੀ ਉਹ ਮੇਰੇ ਕੋਲ ਆਏ ਨੇ, ਤੇ ਇੰਨੀ ਇੱਜ਼ਤ ਤਾਂ ਮੈਨੂੰ ਵੀ ਕਰਨੀ ਆਉਂਦੀ ਉਹਨਾਂ ਨੇ। ਮਗਰ ਜਿਹੜੀ ਤੁਹਾਡੀ ਇਹ ਗੱਲ ਕੀ ਘਰ ਬਿਠਾਤਾ ਤੁਹਾਨੂੰ ਉਹਨਾਂ ਨੇ ਦੁਬਾਰਾ, ਤੁਹਾਨੂੰ 15 ਦਿਨ 20 ਦਿਨ ਮਹੀਨਾ ਦਾ ਟੀਵੀਆਂ ਤੇ ਇਹਨਾਂ ਨੇ ਜ਼ਰੂਰ ਬੁਲਾਇਆ, ਕਿਉਂਕਿ ਅਸੀਂ ਵੀ ਹੁਣ ਦੇਖ ਰਹੇ ਹਾਂ ਕਿ ਜਿੱਥੇ ਤੁਸੀਂ ਕਾਂਗਰਸ ਵਿੱਚ ਇੰਨੇ ਸਰਗਰਮ ਸੀ, ਅਕਾਲੀਆਂ ਦੇ ਉੱਪਰ ਆਏ ਦਿਨ ਤੁਸੀਂ ਸਵਾਲ ਖੜੇ ਕਰਦੇ ਸੀ, ਉੱਥੇ ਅਗਰ ਤੁਸੀਂ ਅਕਾਲੀ ਸਰਕਾਰ ਵਿੱਚ ਸ਼ਾਮਿਲ ਹੋ ਗਏ, ਉਸ ਤੋਂ ਬਾਅਦ ਤੁਹਾਡੀ ਸਰਗਰਮੀ ਜੋ ਹੈ ਦਿਖਣੀ ਬੰਦ ਹੋ ਗਈ। ਕਿਤੇ ਨਾ ਕਿਤੇ ਸਵਾਲ ਜ਼ਰੂਰ ਉੱਠਦਾ ਵੀ ਆਖਿਰ ਅਜਿਹਾ ਕੀ ਹੋਇਆ, ਕਿਉਂ? ਉਹ ਗੱਲ ਇਹੀ ਹੈ ਕਿ ਮੈਨੂੰ ਐ ਲੱਗਦਾ ਹੈ ਕਿ ਜਿੰਨੇ ਵੀ ਕਾਂਗਰਸੀ ਉਹਨਾਂ ਕੋਲ ਗਏ ਨੇ ਜੀ, ਜਿੰਨੇ ਵੀ ਕਾਂਗਰਸੀ ਗਏ ਜੀ, ਮੈਨੂੰ ਨਾਮ ਵੀ ਪਤਾ, ਸਾਰੇ ਗੂੰਜੇ ਲਾਤੇ ਉਹਨਾਂ ਨੇ। ਉਹਦਾ ਕਾਰਨ ਹੀ ਇਹ ਸੀ ਵੀ ਇਹਨਾਂ ਨੂੰ ਲਿਆ ਕੇ ਬਿਠਾ ਕੇ ਇਹਨਾਂ ਨੂੰ ਲੋਕਾਂ 'ਚ ਦਿਖਾ ਦਿਓ ਵੀ ਅਸੀਂ ਇਹਨਾਂ ਨਾਲ, ਉਦੋਂ ਬਾਅਦ ਇਹਨਾਂ ਨੂੰ ਘਰ ਪਾ ਦਿਓ। ਤੇ ਮੇਰੀ ਸੁਖਬੀਰ ਸਿੰਘ ਬਾਦਲ ਜੀ ਨਾਲ 4 ਦਿਨ ਪਹਿਲੇ ਗੱਲ ਹੋਈ ਸੀ, ਉਹਨਾਂ ਦੇ ਲੀਡਰ ਸਾਹਿਬਾਨ ਵੀ ਨਾਲ ਬੈਠੇ ਸੀ। ਮੈਂ ਉਹਨਾਂ ਨੂੰ ਕਿਹਾ ਸੀ ਸੁਖਬੀਰ ਜੀ ਤੁਸੀਂ ਮੈਨੂੰ ਲੈ ਕੇ ਆਏ ਸੀ, ਮਗਰ ਆਈ ਐਮ ਨਾਟ ਹੈਪੀ ਕਿ ਤੁਸੀਂ ਮੈਨੂੰ ਲੈ ਕੇ ਆਏ, ਜੇ ਮੈਂ ਤਾਂ ਕੰਮ ਕਰਨਾ ਸਿਆ ਸੀ ਬਿਲਕੁਲ, ਤੇ ਮੈਂ ਆਪਣੀ ਪਾਰਟੀ 'ਚ ਵੀ ਇੰਨਾ ਕੰਮ ਕੀਤਾ ਹੈਗਾ ਤੇ ਮੈਂ ਇੱਥੇ ਕੰਮ, ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਅੱਗੋਂ ਦਿੱਤਾ ਹੈ, ਤੇ ਮੈਂ ਵੀ ਅੱਗੋਂ ਠੀਕ ਨਹੀਂ ਸਮਝਿਆ ਕਿ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਸਭਿਅਤਾ ਹੁੰਦੀ ਹੈ, ਤੇ ਮੈਂ ਉਸ ਗੱਲ ਨੂੰ ਬਿਲਕੁਲ ਛੱਡ ਦਿੱਤਾ, ਮੈਂ ਉਸ ਗੱਲ ਨੂੰ ਜ਼ਿਆਦਾ ਨਹੀਂ ਕੀਤਾ। ਮੈਂ ਅੱਜ ਵੀ ਕਹਿ ਰਿਹਾ ਕਿ ਮੈਂ ਹੈਪੀ ਨਹੀਂ ਹੈਗਾ ਬਿਲਕੁਲ ਵੀ, ਉਹ ਮੈਨੂੰ ਕੋਈ ਵਜ੍ਹਾ ਸ਼ੌਕ ਵੀ ਨਹੀਂ ਹੈਗਾ ਉਸ ਗੱਲ ਦਾ ਕਿ ਨਹੀਂ, ਜਿਵੇਂ ਮੈਂ ਹੁਣ ਇਹਨਾਂ ਦੇ ਆਪਣੇ ਵੀ ਬੜੇ ਗਰੁੱਪ ਨੇ ਵਿੱਚ, ਮੈਂ ਹੁਣ ਕਹੋ ਜੀ ਮੈਂ ਮਜੀਠੀਆ ਜੀ ਦੇ ਪਿੱਛੇ ਭੱਜਿਆ ਰਹਾਂ ਤੇ ਮੈਂ ਨਹੀਂ ਭੱਜ ਸਕਦਾ। ਮੈਂ ਬੜੇ ਵੱਡੇ ਕੈਲੀਬਰ ਦੇ ਨਾਲ ਕੰਮ ਕੀਤਾ ਹੈਗਾ, ਬੜੇ ਵੱਡੀ ਫਲਾਈਟ 'ਚ ਉਹਨਾਂ ਦੇ ਨਾਲ ਮੈਂ ਗਿਆ ਵਾਂ, ਬੜੀ ਜਗ੍ਹਾ ਤੇ ਜਾ ਕੇ ਪ੍ਰੋਗਰਾਮ ਕੀਤੇ ਨੇ ਅਸੀਂ ਉਹਨਾਂ ਦੇ ਨਾਲ। ਅਸੀਂ ਕਿੱਥੇ ਇਹਨਾਂ ਦੇ ਨਾਲ ਚੱਲ ਜਾਵਾਂਗੇ, ਮਤਲਬ ਇਹ ਤਾਂ ਸਟੇਟ ਲੈਵਲ ਦੇ ਬੰਦੇ ਨੇ। ਹੁਣ ਚਲੋ ਮੈਂ ਆਪਣੀ ਸਟੇਟ 'ਚ ਆ ਗਿਆ ਤੇ ਮੈਂ ਹੁਣ ਮਜੀਠੀਆ ਦੇ ਪਿੱਛੇ ਥੋੜੀ ਜਾਊਂਗਾ ਕਿ ਮੈਂ ਮਜੀਠੀਆ ਜੀ ਆ ਮਜੀਠੀਆ ਜੀ ਉਹ, ਮੇਰੇ ਕੋਲ ਨਹੀਂ ਇਹ ਕੰਮ ਹੁੰਦਾ ਹੈਗਾ ਨਾ। ਮੈਂ ਨਹੀਂ, ਜੇ ਤੁਸੀਂ ਕੰਮ ਲੈਣਾ ਸੀ ਮੈਨੂੰ ਵਾਈਸ ਪ੍ਰਧਾਨ ਨਿਯੁਕਤ ਕਰਤਾ ਤੇ ਮੈਨੂੰ ਤੁਸੀਂ ਸਪੋਕਸਮੈਨ ਨਿਯੁਕਤ ਕਰਤੇ, ਕੰਮ ਮੇਰੇ ਕੋਲ ਕੋਈ ਵੀ ਨਹੀਂ ਹੈਗਾ। ਤੇ ਇਸ ਕਰਕੇ ਮੈਂ ਠੀਕ ਨਹੀਂ ਸਮਝਦਾ। ਮੈਂ ਸੁਖਬੀਰ ਜੀ ਨੇ ਇੰਨੀ ਗੱਲ ਕਰਤੀ ਤੇ ਹੁਣ ਮੈਂ ਮੈਸੇਜ ਵੀ ਕਰ ਦਿੱਤਾ ਉਹਨਾਂ ਨੂੰ, ਅੱਗੋਂ ਜਿਵੇਂ ਉਹ ਠੀਕ ਸਮਝਣਗੇ ਉਹ ਦੇਖ ਲੈਣਗੇ, ਮਗਰ ਮੈਂ ਇਸ ਪਾਸੇ ਨਹੀਂ ਹੈਗਾ। ਤੇ ਮੈਂ ਜਾਖੜ ਸਾਹਿਬ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਸੀ, ਜਾਖੜ ਸਾਹਿਬ ਦੀ ਤੁਸੀਂ ਫੈਮਿਲੀ ਦੇਖੋ ਪਿੱਛੋਂ, ਜਿਹੜਾ ਉਹਨਾਂ ਦਾ ਬੈਕਗ੍ਰਾਉਂਡ ਦੇਖੋ ਤੁਸੀਂ, ਬਹੁਤ ਸਿਰਕਟਵੇਂ ਲੀਡਰ ਸਨ ਉਹ ਆਏ ਨੇ। ਅਮਰਿੰਦਰ ਸਿੰਘ ਜੀ ਤੁਸੀਂ ਆਪ ਤਾਂ ਉਹਨਾਂ ਨੂੰ ਲੈ ਕੇ ਆਏ ਹੋ, ਤੁਸੀਂ ਆਪ ਤਾਂ ਉਹਨਾਂ ਨੂੰ ਪ੍ਰਧਾਨ ਬਣਾਇਆ, ਆਪ ਤਾਂ ਤੁਸੀਂ ਸੋਨੀਆ ਜੀ ਆਪ ਵੀ ਤੁਸੀਂ ਉਹਨਾਂ ਨੂੰ ਨਕਾਰਤਾ। ਉਹ ਹੱਥ ਜੋੜਦੇ ਫਿਰਦੇ ਨੇ, ਮਾਫੀਆਂ ਮੰਗਦੇ ਫਿਰਦੇ ਨੇ ਵਰਕਰਾਂ ਦੇ ਕੋਲੋਂ, ਕਿਉਂ ਇਹ ਜੀ ਨੂੰ ਬਤਾਈ। ਆਹੀ ਗੱਲ ਹੈ, ਲੀਡਰਲੈਸ ਹੈਗਾ। ਮੈਂ ਬਾਰ-ਬਾਰ ਇੰਨੀ ਗੱਲ ਕਹਾਂਗਾ, ਇਹਨਾਂ ਦਾ ਇੱਕ ਦਾਇਰਾ ਹੈ ਮੁੱਖ ਮੰਤਰੀ ਜੀ ਦਾ, ਇਹ ਸਿਰਫ ਉਸੇ ਦਾਇਰੇ 'ਚ ਰਹਿੰਦੇ ਨੇ, ਇਹ ਵਰਕਰਾਂ ਦੇ ਵਿੱਚ ਜਾਣਾ ਪਸੰਦ ਨਹੀਂ ਕਰਦੇ। ਹੁਣ ਤੁਸੀਂ ਇਹ ਦੇਖੋ ਕਿ 3 ਸਾਲ ਪੂਰੇ ਅਸੀਂ ਕਾਂਗਰਸ ਨੂੰ ਅਕਾਲੀਆਂ ਦੇ ਖਿਲਾਫ ਇੰਨੀ ਐਜੀਟੇਸ਼ਨ ਕੀਤੀ ਔਰ ਅਸੀਂ ਉਹ ਸਰਕਾਰ ਨੂੰ ਢਾਕ ਕੇ ਕਾਂਗਰਸ ਸਰਕਾਰ ਲੈ ਕੇ ਆਏ, ਅਸੀਂ ਲੈ ਕੇ ਆਏ ਤੇ ਅਸੀਂ ਪਾਰਟੀ ਨੂੰ ਖੜਾ ਕੀਤਾ, ਲਿਆ ਕੇ ਦਿੱਤਾ ਤੇ ਲਿਆ ਕੇ ਸੋਨੀਆ ਜੀ ਨੇ ਇਹਨਾਂ ਨੂੰ ਪ੍ਰਧਾਨਗੀ ਦਿੱਤੀ ਤੇ ਅੱਜ ਹਾਹਾਕਾਰ ਕਿਉਂ ਮਚੀ ਹੋਈ ਹੈ। ਤੁਸੀਂ ਵਰਕਰ ਨੂੰ, ਮੈਂ ਸੀਐਮ ਹਾਊਸ ਦੇ ਅੰਦਰ ਬੈਠ ਕੇ ਵੀ ਇਹ ਗੱਲ ਦੇਖੀ ਹੈ, ਤੇ ਜੇ ਬਾਹਰੋਂ ਕੋਈ ਫੋਨ ਆਇਆ ਕਾਂਗਰਸੀਆਂ ਦਾ ਤੇ ਅੰਦਰੋਂ ਮਨਾ ਕਰਤਾ ਕਿ ਇੰਜ ਕਰਕੇ ਹੱਥ ਮਾਰ ਕੇ ਨਹੀਂ ਅੰਦਰ ਨਹੀਂ ਬੁਲਾਉਣਾ ਹੈਗਾ, ਤੇ ਮਨ 'ਚ ਬੜਾ ਦੁੱਖ ਹੁੰਦਾ ਸੀ ਯਾਰ ਇਹਨਾਂ ਨੇ ਕਿੱਥੇ ਕਾਂਗਰਸ ਸੰਭਾਲਣੀ, ਕਾਂਗਰਸ ਖਤਮ ਹੋਈ ਨਹੀਂ। ਮੇਰੀ ਤਕਲੀਫ, ਮੇਰੀ ਸੋਚ ਉਨੀ ਹੈਗੀ ਹੈ ਕਿ ਜਿੱਦਣ ਅਮਰਿੰਦਰ ਸਿੰਘ ਸਾਹਿਬ ਇਸ ਸੀਟ ਤੋਂ ਉਤਰ ਜਾਣਗੇ ਜਾਂ ਇਸ ਜਗ੍ਹਾ ਤੁਹਾਡੀਆਂ ਦੁਬਾਰਾ ਮੁੱਖ ਮੰਤਰੀ ਦੇ ਇਹਨਾਂ ਨੇ ਬਣਨਾ ਨਹੀਂ ਤਾਂ ਪ੍ਰਧਾਨ ਦੇ ਸ਼ਕੀਨ ਨਹੀਂ, ਕਿਉਂਕਿ ਇਹਨਾਂ ਨੂੰ ਕੰਮ ਕਰਨਾ ਨਹੀਂ ਆ, ਇਹਨਾਂ ਨੇ ਕੰਮ ਨਹੀਂ ਕਰਨਾ ਪਾਰਟੀ ਦਾ। ਪਿਛਲੀ ਵਾਰੀ ਇਹਨਾਂ ਨੇ ਕੰਮ ਕੀਤਾ ਸੀ 2002 ਤੋਂ ਲੈ ਕੇ 2007 ਤੱਕ। ਮੈਂ ਦੇਖਿਆ ਸੀ ਅਮਰਿੰਦਰ ਸਿੰਘ ਸਾਹਿਬ ਦੇ ਇੱਥੇ ਮਿੱਟੀ ਪਈ ਹੋਈ, ਮੈਂ ਸੰਗਰੂਰ ਜਾ ਕੇ ਮਿਲਿਆ ਸੀ ਤੇ ਗਰਮੀ 'ਚ ਬੈਠੇ ਸੀ, ਮੈਂ ਯਾਰ ਇਹ ਮੁੱਖ ਮੰਤਰੀ ਬਣ ਗਿਆ। ਕਿਉਂਕਿ ਜਿਹੜਾ ਬੰਦਾ ਮਿਹਨਤ ਕਰਦਾ ਪਾਰਟੀ ਅੰਦਰ, ਜਾਂ ਜਿਹੜਾ ਬੰਦਾ ਪਾਰਟੀ ਦੇ ਨੂੰ ਨਾਲ ਲੈ ਕੇ ਚੱਲਦਾ ਹੈਗਾ, ਪਾਰਟੀ ਕਦੀ ਨਹੀਂ ਮਰ ਸਕਦੀ। ਪਾਰਟੀ ਵਰਕਰਸ ਦਾ ਦਰਦ ਸਮਝਦੇ ਆ, ਉਹਨਾਂ ਦੀ ਦੇਖਦੇ ਆ ਕਿ ਕੌਣ ਕਿੰਨੀ ਮਿਹਨਤ ਕਰ ਰਿਹਾ ਹੈ। ਤੇ ਅਮਰਿੰਦਰ ਸਿੰਘ ਦੀਆਂ ਤੇ ਅੱਖਾਂ ਹੀ ਨਹੀਂ ਹੋ ਜੀ। ਅਮਰਿੰਦਰ ਸਿੰਘ ਸਾਹਿਬ ਸਿਰਫ ਅਫਸਰਾਂ ਸ ਘੇਰੇ ਰਹਿੰਦੇ ਨੇ ਜੀ। ਮੈਂ ਇਹ ਵੀ ਸੁਣਦੇ ਆ, ਵੇਖਿਆ ਉੱਥੇ ਬੰਦੇ ਨੂੰ ਕਿ ਜਨਾਬ ਤੁਹਾਨੂੰ ਜਾਣ ਦੀ ਕਿਸੇ ਕਾਂਗਰਸੀ ਕੋਲ ਕੀ ਲੋੜ ਹੈ, ਕਾਂਗਰਸੀ ਤੇ ਤੁਹਾਡੇ ਕੋਲ ਐਸੀ ਕੰਮ ਤੈਸੀ ਕਰਾ ਕੇ ਆਉਣ, ਤੁਸੀਂ ਤਾਂ ਚੀਫ ਮਿਨਿਸਟਰ ਹੋ ਪੰਜਾਬ ਦੇ, ਉਹ ਆਪੇ ਬਾਹਰ ਲਾ ਕੇ ਲਾਈਨ ਤੇ ਭਜਾਓ ਇਹਨਾਂ ਨੂੰ। ਜੀ ਮੈਂ ਅੱਜ ਵੀ ਇੰਨੀ ਗੱਲ ਕਹਿਣਾ ਹੈਗਾ, ਮੈਂ ਤੁਹਾਨੂੰ ਇੰਦਰਾ ਜੀ ਦੀ ਗੱਲ ਵੀ ਦੱਸ ਸਕਦਾ, ਮੈਂ ਗਿਆਨੀ ਜੀ ਦੀ ਵੀ ਦੱਸ ਸਕਦਾ, ਮੈਂ ਦਰਬਾਰਾ ਸਿੰਘ ਜੀ ਦੀ ਵੀ ਦੱਸ ਸਕਦਾ, ਮੈਂ ਤੁਹਾਨੂੰ ਗੱਲਾਂ ਦੱਸ ਸਕਦਾ ਉਹ ਜਿਹੜੀਆਂ ਸਾਨੂੰ ਪਤਾ, ਜਿਹੜੀਆਂ ਅਸੀਂ ਦੇਖੀਆਂ ਨੇ। ਜੀ ਕੇਸੀ ਪੰਥ ਸਾਡੇ ਜਿਹੜੇ ਇੰਚਾਰਜ ਹੁੰਦੇ ਸੀ, डिफेंस मिनिस्टर सी हिंदुस्तान जी जी दरबारा सिंह बेअंत सिंह जी और मैं ਉਹਦੇ ਚ ਹੋਰ ਵੀ ਇੱਕ ਦੋ ਲੀਡਰ ਅਸੀਂ ਉਹਨਾਂ ਦੇ ਡਰਾਇੰਗ ਰੂਮ ਚ ਬੈਠੇ ਸੀ ਕਿਸੇ ਪੰਤ ਸ਼ਾਇਦ ਤੁਸੀਂ ਤਾਂ ਨਾਮ ਨਹੀਂ ਸੁਣਿਆ ਜੀ ਜਾਂ ਤੁਹਾਨੂੰ ਪਤਾ ਨਹੀਂ ਹੋਵੇਗਾ ਡਿਫੈਂਸ ਮਿਨਿਸਟਰ ਜੀ ਉਹ ਸਾਡੇ ਇੰਚਾਰਜ ਸਨ ਅੰਦਰ ਝਗੜਾ ਹੋ ਗਿਆ ਕਿਸੇ ਗੱਲ ਤੋਂ ਉਹਨਾਂ ਦੇ ਸਾਹਮਣੇ ਲੀਡਰ ਸੇ ਬੰਦਾ ਕਿਵੇਂ ਉਹਨਾਂ ਨੇ ਟੈਕਲ ਕੀਤਾ ਉਸ ਚੀਜ਼ ਨੂੰ ਮੈਨੂੰ ਅੱਜ ਵੀ ਯਾਦ ਤੇ ਕੀ ਇਹ ਜੋ ਕਾਂਗਰਸ ਨਾਲ ਇਹ ਪਿਆਰ ਤੁਹਾਡੀ ਗੱਲਾਂ ਵਿੱਚ ਦਿਖਦਾ ਤੁਹਾਡੇ ਚਿਹਰੇ ਤੇ ਵੀ ਜੋ ਦਿਖਦਾ ਕੀ ਇਹ ਪਿਆਰ ਤੁਹਾਨੂੰ ਵਾਪਸ ਕਾਂਗਰਸ ਪਾਰਟੀ ਵੱਲ ਕਦੀ ਲੈ ਅਮਰਿੰਦਰ ਸਿੰਘ ਸਾਹਿਬ ਦੇ ਹੁੰਦਿਆਂ ਤੱਕ ਕਦੀ ਕਾਂਗਰਸ ਚ ਨਹੀਂ ਜਾਵਾਂਗਾ ਜੀ ਇਹ ਪੱਕੀ ਗੱਲ ਹੈ
ਜੀ ਜਿੱਦ ਤੱਕ ਚੀਫ ਮਿਨਿਸਟਰ ਜਾਂ ਪਾਰਟੀ ਪ੍ਰੈਜ਼ੀਡੈਂਟ ਜਿੱਦਨ ਕਾਂਗਰਸ ਦੇ ਪ੍ਰੈਜ਼ੀਡੈਂਟ ਇਹ ਬਣੇ ਮੈਂ ਉਸੇ ਵੇਲੇ ਰਿਜ਼ਾਈਨ ਕਰਤਾ ਸੀ। ਉਸ ਦਿਨ ਰਿਜ਼ਾਈਨ ਤੁਸੀਂ ਜੀਟੀਵੀ ਚ ਸੀ ਉਦੋਂ ਜੀਟੀਵੀ ਚ ਮੇਰੀ ਲਾਈਨ ਚੱਲ ਰਹੀ ਸੀ ਰਾਤੀ 11 ਵਜੇ ਤੇ 6:30 ਵਜੇ ਇਹਨਾਂ ਦੇ ਕਰਿੰਦੇ ਦਾ ਮੈਨੂੰ ਫੋਨ ਆ ਗਿਆ ਕਿ ਅਮਰਿੰਦਰ ਸਿੰਘ ਸਾਹਿਬ ਦਾ ਫੋਨ ਆਇਆ, ਯਾਰ ਇਹ ਤੂੰ ਕੀ ਕਰਦਾ, ਇਹ ਕੀ ਕਰਦਾ, ਇਹ ਕੋਈ ਗੱਲ। ਮੈਂ ਕਿਹਾ ਕੋਈ ਗੱਲ ਨਹੀਂ, ਆਪਾਂ ਕਾਂਗਰਸ ਫੋਨ ਬੈਠਾ ਮੈਂ ਜਾ ਕੇ ਬੈਠਾ 11 ਵਜੇ ਮੀਟਿੰਗ ਹੋਈ, ਗੱਲਬਾਤ ਹੋਈ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਮਗਰ ਮੇਰਾ ਮਨ ਨਹੀਂ ਮੰਨਦਾ। ਪਰ ਅਮਰਿੰਦਰ ਸਿੰਘ ਜੀ ਨਾਲ ਮਿਲ ਕੇ ਗੱਲਬਾਤ ਕਰਕੇ ਹੌਲੀ ਹੌਲੀ ਹਰ ਬੰਦੇ ਦੇ ਘਰ ਅਮਰਿੰਦਰ ਸਿੰਘ ਜੀ ਉਦੋਂ ਗਏ। ਨਹੀਂ ਜੀ ਮੈਂ ਉਦਾਂ ਦਾ ਕੰਮ ਨਹੀਂ ਕਰਾਂਗਾ, ਮੈਂ ਉਦਾਂ ਦਾ ਗੱਲ ਨਹੀਂ ਕਰਾਂਗਾ, ਮੈਂ ਉਦਾਂ ਦੀ ਗੱਲਬਾਤ ਨਹੀਂ ਕਰਾਂਗਾ। ਹੋਇਆ ਫਿਰ ਉਹੀ ਜੋ ਪਹਿਲੇ ਕਰਦੇ ਸੀ ਉਹ ਅੱਜ ਕਰਦੇ। ਵਰਕਰ ਨੂੰ ਬਿਲਕੁਲ ਨਹੀਂ ਪੁੱਛਦੇ। ਮੈਨੂੰ ਕਹਿਣ ਚ ਕੋਈ ਕਾਂਗਰਸ ਡਾਊਨਫਾਲ ਕਿਉਂ ਆਇਆ ਕਾਂਗਰਸ ਜੀ ਸੀਤਾਰਾਮ ਕੇਸਰੀ ਜੀ ਸਾਡੇ ਹਿੰਦੁਸਤਾਨ ਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ, ਅਸੀਂ ਉਹਨਾਂ ਨਾਲ ਵੀ ਕੰਮ ਕੀਤਾ ਜੀ। ਉਸ ਵੇਲੇ ਵੀ ਜਿਹੜੀਆਂ ਨੇ 44 ਸੀਟਸ ਆਈਆਂ ਸੋਨੀਆ ਜੀ ਬਣੇ ਤਾਂ 45 ਸੀਟਸ ਆਈਆਂ। ਤੇ ਫਿਰ ਮੈਂ ਇਹ ਕਹਿ ਸਕਦਾ ਕਿ ਐਡੀ ਵੱਡੀ ਸ਼ਖਸੀਅਤ ਜਿਹੜੇ ਨੇ ਸੋਨੀਆ ਜੀ ਉਹਨਾਂ ਕਰਕੇ ਵੀ 45 ਸੀਟਸ ਆਈਆਂ ਔਰ ਹੁਣ ਉਹ 44 ਲੈ ਕੇ ਆਏ। ਤੇ ਫਿਰ ਕੀ ਤੇ ਅੱਜ ਕੀ ਹੋਇਆ ਜੀ ਰਾਹੁਲ ਜੀ ਨੂੰ ਮੈਂ ਸਿਰਫ ਇੰਨੀ ਗੱਲ ਹੀ ਕਹਾਂਗਾ, ਬਾਰ-ਬਾਰ ਇੰਨੀ ਗੱਲ ਕਹਾਂਗਾ ਕਿ ਆਪਣੀ ਸਮਰੱਥਾ ਜਿਹੜੀ ਤੁਹਾਡੀ ਫੈਮਿਲੀ ਦੀ ਦਾਦੀ ਦੀ ਔਰ ਰਾਜੀਵ ਜੀ ਦੀ ਹੈਗੀ ਹੈ ਜੀ ਉਹ ਆਣੀ ਚਾਹੀਦੀ ਹੈ। ਪਾਰਟੀ ਕੇ ਸਾਥ ਜੋ ਹੈ ਉਹ ਲੋਕ ਹੈ ਜੀ। ਤੁਸੀਂ ਇੰਨੀ ਗੱਲ ਕਹੋ ਕਿ ਕਾਂਗਰਸ ਦੇ ਨਾਲ, ਅਸੀਂ ਕਾਂਗਰਸ ਦੇ ਨਾਲ ਹੈ ਜੀ। ਮੈਂ ਕਾਂਗਰਸ ਤੋਂ ਚਲਾ ਗਿਆ, ਕਾਂਗਰਸ ਟੁੱਟ ਗਈ ਹੈ ਜੀ ਬਿਲਕੁਲ ਪਾਰਟੀ ਬਰਕਰਾਰ ਰਹਿੰਦੀ ਹੈ ਹਮੇਸ਼ਾ। ਪਾਰਟੀ ਹਮੇਸ਼ਾ ਬਰਕਰਾਰ ਰਹਿੰਦੀ ਹੈ। ਇਸ ਕਰਕੇ ਲੋਕਾਂ ਨੂੰ ਬਰਕਰਾਰ ਰੱਖਣ ਵਾਸਤੇ ਆਪਣੇ ਨਾਲ ਉਹ ਪਾਰਟੀ ਦਾ ਹਸ਼ਰ ਇਸੇ ਕਰਕੇ ਹੋਇਆ। ਦਿੱਲੀ 'ਚ ਕਿਉਂ ਹਾਰ ਗਈ ਪਾਰਟੀ? ਜੇ ਮੈਂ ਕਹਾਂ ਚੋਪੜਾ ਜੀ ਅਲੱਗ ਹੋ ਗਏ, ਮੈਂ ਜੇ ਕਹਾਂ ਸ਼ੀਲਾ ਦੀਕਸ਼ਿਤ ਜੀ ਚਲੇ ਗਏ, ਮੈਂ ਜੇ ਕਹਾਂ ਅਜੇ ਮਾਖਨ ਜੀ ਜਿਹੜੇ ਹੈਗੇ ਨੇ ਉਹ ਨਹੀਂ ਆਏ, ਮੈਂ ਕਹਾਂ ਜੇ ਲਵਲੀ ਜੀ ਸੀ ਉੱਥੇ ਉਹ ਨਹੀਂ ਆਏ, ਤੇ ਫਿਰ ਪਾਰਟੀ ਦਾ ਅਸਰ ਕੀ ਹੋਇਆ? ਚਾਕੋ ਨੇ ਕੀ ਕਿਹਾ ਉੱਥੇ ਜਿਹੜੇ ਜਨਰਲ ਸੈਕਟਰੀ ਸਨ ਜਦੋਂ ਹਾਰੇ ਕਿ ਸਭ ਪੁਰਾਣੇ ਲੋਗੋਂ को ਲਾਓ ਪਾਰਟੀ के अंदर। जो सभ्यता सानू पता है या पुराने लोगों को पता है, जो गलबात अज जी यूथ ਨੂੰ नहीं पता। जे ਅਸੀਂ ਆਵਾਂਗੇ ਸਾਡੇ ਨਾਲ ਸੀਨੀਅਰ ਹੋਏਗਾ, ਅਸੀਂ ਸੀਟ ਤੋਂ ਉੱਠ ਕੇ ਖੜੇ ਹੋ ਜਾਵਾਂਗੇ ਕਿ ਸਾਡੇ ਤੋਂ ਸੀਨੀਅਰ ਆਏ। ਅੱਜ ਯੂਥ ਵਾਲਾ ਤਾਂ ਲੱਤ ਰੱਖ ਕੇ ਰਹਿੰਦੇ ਜੀ ਇਹ ਸਭ्यता ਪਾਰਟੀ ਬਿਲਕੁਲ। ਇਹ ਸਭ्यता ਅਗਰ ਬਣੀ ਰਹੇਗੀ ਪਾਰਟੀ ਦੇ ਅੰਦਰ, ਕਾਂਗਰਸ ਨੂੰ ਕਦੀ ਕੋਈ ਨਹੀਂ ਮਾਰ ਸਕਦਾ ਬਿਲਕੁਲ। ਜਦੋਂ ਇੰਦਰਾ ਜੀ ਨੇ ਆ ਕੇ ਦੇਖਿਆ ਕਿ ਦਰਬਾਰਾ ਸਿੰਘ ਦਾ और ज्ञानी जैल सिंह जी का बड़ा जबरदस्त ग्रुप है, ये फट सकती कांग्रेस, तो उन्होंने बिठा के एक बार कहा कि दोनों को कांग्रेस से बाहर कर दूंगी अगर पार्टी आ गई जी आसी डिसीजन। ਤੇ ਇੱਥੇ ਹੁਣ ਮੈਂ ਇਹ ਗੱਲ ਕਰੂੰਗੀ ਕਿਉਂਕਿ ਸਾਡੇ ਕੋਲ ਸਮਾਂ ਹੋਰ ਜ਼ਿਆਦਾ ਨਹੀਂ ਰਹਿ ਗਿਆ, ਬਟ ਇਹ ਜੋ ਸਵਾਲ ਬਹੁਤ ਜ਼ਰੂਰੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੁਣ ਤੁਸੀਂ ਪੰਜਾਬ ਦੀ ਸਿਆਸਤ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ? ਅਲੱਗ-ਅਲੱਗ ਪਾਰਟੀਆਂ ਦੀ, ਅਕਾਲੀ ਹੈ, ਕਾਂਗਰਸ ਨੇ, ਆਮ ਆਦਮੀ ਪਾਰਟੀ ਵੀ ਬਹੁਤ ਦਾਅਵੇਕਾਰੀ ਹੈ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਪੰਜਾਬ ਦੇ ਵਿੱਚ ਪੂਰੀ ਪਕੜ ਬਣਾਈਏ ਤੇ ਆਉਣ ਵਾਲੇ ਟਾਈਮ 'ਚ ਜੋ ਆਪ ਸਰਕਾਰ ਵੀ ਕਹਿੰਦੀ ਕਿ ਅਸੀਂ ਇੱਥੇ ਆਪਣੇ ਜੋ ਝੰਡੇ ਜ਼ਰੂਰ ਗੱਡ ਦੇਵਾਂਗੇ, ਤੇ ਅਮਰਿੰਦਰ ਸਿੰਘ ਵੀ ਕਹਿੰਦੇ ਨੇ ਕਿ ਸਾਡਾ ਜੋ ਅਸੀਂ ਫਤਿਹ ਹਾਸਲ ਕਰਾਂਗੇ ਪੰਜਾਬ ਤੇ। ਕੀ ਦੇਖ ਰਹੇ ਹੋ? ਤੁਸੀਂ ਸਿਆਸਤ ਦੇ ਮਾਹਿਰ ਹੋ, ਇਸੇ ਕਰਕੇ ਤੁਹਾਡੇ ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਦੇਖੋ ਅੱਜ ਲੋਕਾਂ ਦੇ ਅੰਦਰ ਮਲ ਮੱਟੀ ਲਾਉਣ ਦੀ ਬੜੀ ਲੋੜ ਹੈ ਜੀ, ਲੋਕਾਂ ਦੇ ਕੰਮ ਕਰਨ ਦੀ ਬੜੀ ਲੋੜ ਹੈ। ਅੱਜ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ, ਯੰਗਸਟਰ ਬਹੁਤ 46 ਲੱਖ ਤੋਂ 50 ਲੱਖ ਸਾਡਾ ਯੰਗਸਟਰ ਹੈ ਪੰਜਾਬ ਦੇ ਅੰਦਰ। ਅਸੀਂ ਕੀ ਕੀਤਾ ਉਹਨਾਂ ਵਾਸਤੇ? ਜੀ ਤੁਸੀਂ ਇੱਕ ਪੱਤਰਕਾਰ ਹੋ, ਅੱਛੇ ਤੁਸੀਂ ਉਹ ਟੀਵੀ ਨੂੰ ਦੇਖ ਰਹੇ ਹੋ, ਪਹਿਲੇ ਵੀ ਤੁਸੀਂ ਅੱਛੀ ਜਗ੍ਹਾ ਤੇ ਸੀ। ਮੈਨੂੰ ਦੱਸ ਦੇਵੇ ਕੋਈ ਵੀ ਪੱਤਰਕਾਰ, ਬਹੁਤ ਸਿਆਣਾ ਪੱਤਰਕਾਰ, ਜਰਨਲਿਸਟ ਸਾਹਿਬਾਨ ਬੜੇ ਵੱਡੇ ਸਾਡੇ ਪੰਜਾਬ ਦੇ ਵਿੱਚ ਬੈਠੇ ਨੇ, ਬੜੇ ਪ੍ਰਿੰਟ ਮੀਡੀਆ ਦੇ ਟੀਵੀ ਬਹੁਤ ਬੈਠੇ ਨੇ, ਮੇਰੇ ਸਾਹਮਣੇ ਲਿਆ ਕੇ ਬਿਠਾ ਦਿਓ, ਮੈਂ ਉਹਨਾਂ ਕੋਲ ਪੁੱਛ ਲਾਂਗਾ ਕਿ ਜੀ ਇਹਨਾਂ ਨੇ ਕੀਤਾ ਕੀ ਹੈ, ਯੰਗਸਟਰ ਦਾ ਇਹਨਾਂ ਨੇ ਕੀ ਕੀਤਾ, ਤੁਸੀਂ ਮੈਨੂੰ ਕਿਸਾਨਾਂ ਦਾ ਇਹਨਾਂ ਨੇ ਕੀ ਕੀਤਾ, ਤੁਸੀਂ ਉਸ ਤੋਂ ਬਾਅਦ ਦੇਖੋ ਕਿ ਇਹਨਾਂ ਨੇ EMPLOYEES ਦਾ ਕੀ ਕੀਤਾ, ਤੁਸੀਂ ਇੱਕ ਚੀਜ਼ ਨੌਕਰੀਆਂ ਦਾ ਇਹਨਾਂ ਨੇ ਕੀ ਕੀਤਾ, ਤੁਸੀਂ ਖੇਤੀਬਾੜੀ ਦਾ ਦੇਖੋ ਇਹਨਾਂ ਨੇ ਕੀ ਕੀਤਾ, ਇੰਡਸਟਰੀ ਦਾ ਦੱਸੋ ਇਹਨਾਂ ਨੇ ਕੀ ਕੀਤਾ। ਕੋਈ ਹੈਵੀ ਇੰਡਸਟਰੀ ਬਾਹਰੋਂ ਅੱਜ ਤੱਕ 3.5 ਸਾਲ ਚ ਲਿਆ ਪਾਏ ਅਮਰਿੰਦਰ ਸਿੰਘ ਜੀ। ਅੱਜ ਕਰੋਨਾ ਆਇਆ ਤੇ ਦੇਖੋ ਤੁਹਾਡੇ ਸਾਹਮਣੇ ਕੀ ਹੋਇਆ। ਬਿਲਕੁਲ ਪਕੜ ਖਤਮ ਹੋ ਚੁੱਕੀ ਹੈ। ਮੈਂ ਬਿਲਕੁਲ ਦਾਅਵੇ ਨਾਲ ਇੰਨੀ ਗੱਲ ਕਹਿ ਸਕਦਾ, ਸਾਲ ਬਾਅਦ ਵੀ ਇਹਨੂੰ ਚਲਾ ਕੇ ਦੇਖ ਲਿਓ ਵੀ ਗੁਰਵਿੰਦਰ ਸਿੰਘ ਬਾਲੀ ਨੇ ਗੱਲ ਕਹੀ ਸੀ, ਮੈਂ ਉਦੋਂ ਵੀ ਇੱਥੇ ਗੱਲ ਕਹੀ ਸੀ ਤੇ ਸੋਨੀਆ ਜੀ ਨੂੰ ਉੱਥੇ ਵੀ ਕਹਿ ਕੇ ਆਇਆ ਸੀ। ਮੇਰੇ ਕੋਲ ਲੈਟਰ ਹੈ ਅੱਜ ਤੱਕ कि अमरिंदर सिंह कहते हैं 13 सीटें लेके आएंगे, मैं जी कभी नहीं लेके आएंगे, मैं आज ये कह रहा हूँ। उसके कारण क्या है? मैं कारण बताते सी सर जी तो उन्होंने लेटर दिता सी, ਉਹ ਲੈਟਰ ਦਾ ਡਿਸਪੈਚ ਨੰਬਰ ਲਿਖਿਆ ਹੋਇਆ ਉਹ ਮੇਰੇ ਕੋਲ ਹੈ ਸਰ ਜੀ ਤੇ 13 ਨਹੀਂ ਆਈਆਂ। ਸਾਡੀ ਐਸਟੀਮੇਟ ਸੀ 6 ਤੋਂ 7 ਕਿਉਂਕਿ ਸਾਹਮਣੇ ਪਾਰਟੀ ਕੋ ਨਹੀਂ ਸੀ। ਅਕਾਲੀ ਦਲ ਦੀ ਹਾਲ ਬੜੀ ਮਾਰੀ ਸੀ ਤੇ ਜਿਹੜੇ ਉਹ ਸਨ ਕੀ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਕੋਈ ਸਿਸਟਮ ਹੀ ਨਹੀਂ ਸੀ। ਤਾਂ ਲੱਗਦਾ ਸੀ ਵੀ 6-7 ਸੀਟਾਂ ਲੈ ਗਏ, 8 ਲੈ ਗਏ ਸਰ, ਫਿਰ 13 ਕਿਉਂ ਨਹੀਂ ਲੱਗੇ? ਬਿਲਕੁਲ ਅੱਜ 81 ਸੀਟਾਂ ਦੇ ਵਿੱਚੋਂ ਇੰਨੀ ਗੱਲ ਇਹ ਕਹਿਣ ਕਿ ਅਸੀਂ 81 ਸੀਟ ਜਦੋਂ ਦੁਬਾਰਾ ਲੈ ਲਾਂਗੇ, ਮੈਨੂੰ ਨਹੀਂ ਲੱਗਦਾ 30-35 ਤੋਂ ਵੱਧ ਲੈ ਲੈਣਗੇ। 30-35 ਵੀ ਤੁਹਾਨੂੰ ਜ਼ਿਆਦਾ ਦੱਸ ਰਹੇ ਕੀਤਾ ਕੀ ਹੈ ਪੰਜਾਬ।
ਹਰ ਬੰਦਾ ਜਿਹੜਾ ਹੈਗਾ ਵੇ ਹਰ ਚੀਜ਼ ਜਿਹੜੀ ਹੈਗੀ ਉਹ ਸੜਕਾਂ ਤੇ ਕਰੋਨਾ ਕਰਕੇ ਥੋੜਾ ਜਿਹਾ ਹੈਗਾ ਕਿ ਐਡਮਿਨਿਸਟ੍ਰੇਸ਼ਨ ਪੁਲਿਸ ਥੋੜੀ ਜਿਹੀ ਸਖਤ ਹੋਈ ਹੈ ਵੀ ਐਜੀਟੇਸ਼ਨ ਨਾ ਹੋਵੇ, ਇਹ ਨਾ ਹੋਵੇ, ਇਹ ਨਾ ਹੋਵੇ, ਇਸ ਕਰਕੇ ਆ ਕੇ ਇਹ ਚੀਜ਼ ਦਾ ਕੰਮ ਤਾਂ ਕਿਸੇ ਦਾ ਵੀ ਨਹੀਂ ਕੀਤਾ ਨਾ। ਕੋਈ ਕੰਮ ਕੀਤਾ ਹੋਵੇ ਕਾਂਗਰਸ ਦੇ ਵਰਕਰਾਂ ਦੇ ਕੰਮ ਨਹੀਂ ਕੀਤੇ ਤੁਸੀਂ, ਬਾਕੀ ਤਾਂ ਛੱਡੋ। ਹੁਣ ਮੈਂ ਵਰਕਰ ਆ ਪਾਰਟੀ ਦਾ, ਲੋਕੀ ਭਾਵੇਂ ਲੀਡਰ ਕਹੀ ਜਾਣ ਕੁਛ ਵੀ ਕਹੇ ਜਾਣ, ਵਰਕਰ ਤਾਂ ਅਮਰਿੰਦਰ ਸਿੰਘ ਜੀ ਹੈ, ਵਰਕਰ ਤਾਂ ਰਾਹੁਲ ਗਾਂਧੀ ਹੈ, ਉਹ ਆਪਾਂ ਵਰਕ ਕਰਨਾ ਤਾਂ ਵਰਕਰ ਹੀ ਹੈ ਪਾਰਟੀ। ਗੱਲ ਸਭ ਤੋਂ ਵੱਡੀ ਇਹ ਹੁੰਦੀ ਹੈ ਕਿ ਜਿਹੜੇ ਵਰਕ ਕਰਨ ਵਾਲੇ ਲੋਕ ਨੇ ਤੁਸੀਂ ਉਹ ਤੇ ਸਾਰੇ ਬੰਦ ਤੇ ਬਾਹਰੋਂ ਲਿਆ ਕੇ ਤੁਸੀਂ ਅਫਸਰਾਂ ਨੂੰ ਸਾਰੇ ਜਿਹੜਾ ਰਿਟਾਇਰ ਹੋਇਆ ਉਹ ਚੇਅਰਮੈਨ ਜਿਹੜਾ ਰਿਟਾਇਰ ਹੋਇਆ ਉਹ ਕੀ ਕਹਿੰਦੇ ਨੂੰ ਆਰਮੀ ਦੇ ਅਫਸਰ ਲਿਆ ਕੇ ਉੱਥੇ ਤੁਸੀਂ ਬਿਠਾਤੇ, ਬਿਲਕੁਲ OSD ਤੁਸੀਂ ਲਾਤੇ ਸਾਰੇ, ਕਿਸੇ ਨੂੰ ਤੁਸੀਂ ਪੋਲੀਟੀਕਲ ਸੈਕਟਰੀ ਲਾਤਾ, ਕਿਸੇ ਨੂੰ ਤੁਸੀਂ ਐਡਵਾਈਜ਼ਰ ਲਾਤਾ, 6 ਜਿਪਸੀਆਂ ਚੱਲ ਰਹੀਆਂ ਉਹਨਾਂ ਦੇ ਪਿੱਛੇ। ਮੈਨੂੰ ਤੁਸੀਂ ਦੱਸੋ ਕਿਉਂ? ਮੈਂ ਵੀ ਤੇ ਇੱਥੇ ਰਹਿਣਾ, ਤੁਹਾਡੇ ਤੋਂ ਜ਼ਿਆਦਾ ਅਸੀਂ ਬੋਲਦੇ ਆ ਖਿਲਾਫ, ਅਕਾਲੀ ਦਲ ਦੇ ਖਿਲਾਫ ਵੀ ਬੋਲਦੇ ਆ, ਖਾਲਿਸਤਾਨ ਦੇ ਖਿਲਾਫ ਵੀ ਬੋਲਦੇ ਆ, ਇਹਨਾਂ ਦੇ ਪਿੱਛੇ ਨਹੀਂ ਜਿਪਸੀਆਂ ਕਿਉਂ ਚੱਲ ਰਹੀਆਂ? ਲੋਕਾਂ ਨੂੰ ਤੁਸੀਂ ਸੁਰੱਖਿਆ ਹੀ ਨਹੀਂ ਦੇ ਸਕਦੇ ਹੈਗੇ। ਹਰ ਜਗ੍ਹਾ ਦੇ ਉੱਤੇ ਲੜਾਈ ਝਗੜਾ, ਗੁੰਡਾਗਰਦੀ, ਗੋਲੀਬਾਜੀ, ਨਸ਼ਾ ਜਿਹੜਾ ਹੈਗਾ ਵੀ ਉਹ ਚੱਲ ਰਿਹਾ ਹੈਗਾ, ਸਾਰੀਆਂ ਚੀਜ਼ਾਂ ਚੱਲ ਰਹੀਆਂ, ਤਾਂ ਫਿਰ ਕੰਟਰੋਲ ਕਿੱਥੇ? ਬਿਲਕੁਲ ਫਿਰ ਤੁਸੀਂ ਮੈਨੂੰ ਇਹ ਦੱਸ ਦਿਓ ਨਾ ਕਿੱਥੇ ਕੰਟਰੋਲ ਕਰਨਗੇ? ਅਮਰਿੰਦਰ ਸਿੰਘ ਸਾਹਿਬ ਅੰਦਰ ਸ਼ਮਤਾ ਨੂੰ ਹੁਣ ਉਹ ਅਮਰਿੰਦਰ ਸਿੰਘ ਸਾਹਿਬ ਬਿਲਕੁਲ ਆਉਣ ਦੇ ਮੂਡ 'ਚ ਵੀ ਨਹੀਂ ਹੈਗੇ। ਜਿੰਨੀਆਂ ਮਰਜ਼ੀ ਇਹ ਗੱਲਾਂ ਮਰ ਜਾਣ, ਮੈਂ ਬੜਾ ਨੇੜੇ ਤੋਂ ਜਾਣਦਾ ਉਹਨਾਂ ਨੂੰ ਕਿ ਅਮਰਿੰਦਰ ਸਿੰਘ ਜੀ ਕਹਿੰਦੇ ਮੈਂ ਦੁਬਾਰਾ ਸਰਕਾਰ ਲੈ ਆਵਾਂਗਾ, ਬਿਲਕੁਲ ਵੀ ਨਹੀਂ ਲਿਆ ਸਕਦੇ। ਹਾਂ, ਇਹਨਾਂ ਦੀ ਜਗ੍ਹਾ ਤੇ ਹੋਰ ਕਈ ਕੁਐਸਚਨ ਇਹ ਵਜੇ ਹੈਗੇ ਨੇ ਕਿ ਕਿੱਦਾਂ ਆ ਸਕਦੀ ਹੈ ਪੰਜਾਬ ਦੇ, ਕੌਣ ਲਿਆ ਸਕਦਾ ਉਹਨਾਂ ਸਰਕਾਰ ਨੂੰ? ਉਹ ਸਾਡੇ ਕੋਲ ਫਾਰਮੂਲੇ ਹੈਗੇ ਨੇ ਉਸ ਚੀਜ਼ ਦੇ। ਇਹਨਾਂ ਕੋਲ ਇਹ ਸਮਝਦੇ ਨੇ ਕਿ ਨਹੀਂ ਮੈਂ ਹੀ ਹੈਗਾ, ਮੈਂ ਹੀ ਲੈ ਕੇ ਆਵਾਂਗਾ। ਉਹ ਜਿਹੜਾ ਸੀ ਨਾ ਜੀ 2017 ਵਾਲਾ ਉਹ ਕੰਮ ਖਤਮ ਹੋ ਚੁੱਕਾ ਜੀ। ਜਿਹੜੇ ਤੁਸੀਂ ਵਾਅਦੇ ਕੀਤੇ ਸੀ ਨਾ, ਉਹ ਵਾਅਦਿਆਂ 'ਚ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਬਿਲਕੁਲ, ਉਹ ਵਾਅਦਿਆਂ ਨੂੰ ਲੈ ਕੇ ਜਾਂ ਗੁਟਕਾ ਸਾਹਿਬ ਨੂੰ ਲੈ ਕੇ ਜੋ ਸਹੁੰ ਚੁੱਕੀ ਸੀ ਕਿ ਨਸ਼ਿਆਂ ਨੂੰ ਖਤਮ ਕੀਤਾ ਜਾਏਗਾ ਜਾਂ ਨੌਜਵਾਨਾਂ ਲਈ ਕਈ ਅੱਛੀ ਚੀਜ਼ਾਂ ਕੀਤੀਆਂ ਜਾਣਗੀਆਂ ਤਾਂ ਕਿ ਨੌਜਵਾਨ ਜੋ ਹੈ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਵਧੀਆ ਮਾਣ ਮਹਿਸੂਸ ਕਰ ਸਕੇ ਕਿ ਅਸੀਂ ਇੱਥੇ ਕੰਮ ਕਰਦੇ ਹਾਂ, ਰੁਜ਼ਗਾਰ ਸਾਡਾ, ਜਾਂ ਕਿਸਾਨਾਂ ਨੂੰ ਲੈ ਕੇ ਅਸੀਂ ਗੱਲ ਕਰ ਲਈ ਹੈ। ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਜਿਸ ਦੇ ਉੱਪਰ ਆਮ ਜਨਤਾ ਬਿਲਕੁਲ ਸਵਾਲ ਚੱਕਦੀ ਹੈ। ਤੇ ਕਿਸ ਤਰੀਕੇ ਨਾਲ ਸਿਆਸੀ ਪਾਰਟੀਆਂ ਵਿੱਚ ਕਿਸ ਤਰ੍ਹਾਂ ਦਾ ਸਿਆਸੀ ਮਾਹੌਲ ਰਹਿੰਦਾ ਹੈ ਤੇ ਕਿਵੇਂ, ਅਗਰ ਅਸੀਂ ਮੇਨਲੀ ਕਾਂਗਰਸ ਬਾਰੇ ਗੱਲ ਕੀਤੀ ਕਿ ਸ਼ੁਰੂ ਦੇ ਕਾਂਗਰਸ ਅਤੇ ਹੁਣ ਦੀ ਕਾਂਗਰਸ ਵਿੱਚ ਕਿਸ ਤਰ੍ਹਾਂ ਦਾ ਅੰਤਰ ਆ ਚੁੱਕਿਆ ਹੈ ਤੇ ਅੱਗੋਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਜੋ ਪੰਜਾਬ ਦੀ ਸਿਆਸਤ ਹੈ ਉਹ ਇੱਕ ਵਧੀਆ ਮੁਕਾਮ ਤੇ ਪਹੁੰਚੇ, ਜਿਸ ਦੇ ਵਿੱਚ ਪ੍ਰਾਇੋਰਟੀ ਇਹ ਦਿੱਤੀ ਜਾਏ ਕਿ ਪੰਜਾਬ ਦੀ ਜਨਤਾ ਲਈ ਕੰਮ ਕਰਨਾ ਹੈ, ਪੰਜਾਬ ਦੇ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਦੇ ਕੰਮ ਦੇਣੇ ਨੇ ਔਰ ਵਧੀਆ ਉਹਨਾਂ ਦੀ ਤਰੱਕੀ ਦੇ ਕੰਮ ਕੀਤੇ ਜਾਣ ਤਾਂ ਕਿ ਜੋ ਨੌਜਵਾਨ ਹੈ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾਣ ਦੀ ਗੱਲ ਨਾ ਸੋਚੇ। ਇਹ ਤਾਂ ਅਸੀਂ ਗੱਲਾਂ ਕੀਤੀਆਂ ਗੁਰਵਿੰਦਰ ਸਿੰਘ ਬਾਲੀ ਜੀ ਦੇ ਨਾਲ, ਉਹਨਾਂ ਦੇ ਸਿਆਸਤ ਦੇ ਤਜਰਬੇ ਬਾਰੇ, ਉਹਨਾਂ ਦਾ ਜੋ ਸਫ਼ਰ ਰਿਹਾ 35 ਸਾਲਾਂ ਦਾ, ਉਸ ਸਫ਼ਰ ਬਾਰੇ ਅਸੀਂ ਗੱਲਬਾਤ ਕੀਤੀ ਕਿ ਕਿਵੇਂ ਉਹ ਸਿਆਸਤ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ, ਕਿਸ ਸੋਚ ਦੇ ਨਾਲ, ਸੇਵਾ ਭਾਵਨਾ ਦੇ ਨਾਲ ਅੱਗੇ ਵਧੇ। ਤੇ ਦੂਜੇ ਪਾਸੇ ਅਗਰ ਅਸੀਂ ਗੱਲ ਕਰੀਏ ਕਿ ਜਦੋਂ ਕੋਈ ਇਨਸਾਨ ਆਪਣੀ ਇਸ ਤਪੱਸਿਆ ਵਿੱਚ ਵੱਲ ਪੈਰ ਰੱਖਦਾ ਹੈ, ਜਦੋਂ ਸਿਆਸਤ ਵੱਲ ਆਉਂਦਾ ਹੈ ਤਾਂ ਪਿੱਛੇ ਇੱਕ ਤਪੱਸਿਆ ਪਰਿਵਾਰ ਵੀ ਕਰਦਾ ਹੈ। ਪਰਿਵਾਰ ਦਾ ਜੋ ਵਕਤ ਹੈ ਉਹੀ ਪਾਰਟੀ ਨੂੰ ਜਦ ਦਿੱਤਾ ਜਾਂਦਾ ਹੈ ਤਾਂ ਉਸ ਪਰਿਵਾਰ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ। ਤੇ ਕਿਸ ਤਰੀਕੇ ਨਾਲ ਗੁਰਵਿੰਦਰ ਸਿੰਘ ਬਾਲੀ ਜੀ ਦੀ ਫੈਮਿਲੀ ਦਾ ਵੀ ਇਹ ਐਕਸਪੀਰੀਅੰਸ ਰਿਹਾ ਹੈ ਕਿ ਜਦੋਂ ਗੁਰਵਿੰਦਰ ਸਿੰਘ ਬਾਲੀ ਜੀ ਹਮੇਸ਼ਾ ਪਾਰਟੀ ਦੇ ਲਈ ਸੋਚਦੇ ਰਹੇ ਕਿ ਪਾਰਟੀ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਜਾਂ ਫਿਰ ਸੇਵਾ ਭਾਵਨਾ ਦੇ ਲਈ ਅਗਰ ਸਿਆਸਤ ਵਿੱਚ ਆਏ ਤਾਂ ਕਿਵੇਂ ਅੱਗੇ ਵਧਿਆ ਜਾਏ ਤੇ ਕਿਵੇਂ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕੀਤੇ ਜਾਣ, ਤੇ ਉਸ ਸਮੇਂ ਪਰਿਵਾਰ ਦੇ ਮਨ ਦੇ ਵਿੱਚ ਕੀ ਖਿਆਲ ਚੱਲਦੇ ਸਨ, ਉਹਨਾਂ ਦਾ ਤਜਰਬਾ ਕਿਵੇਂ ਦੇ ਰਿਹਾ, ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਤੇ ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਇਸ ਬਾਰੇ। ਇਹਦੇ ਵਿੱਚ ਸੈਕਰੀਫਾਈਸ ਅਸੀਂ ਵੀ ਬਹੁਤ ਕੀਤਾ ਜੀ, ਕਿ ਅਸੀਂ ਕਹਿੰਦੇ ਸੀ ਜੇ ਬਾਈ ਚਾਂਸ ਨਹੀਂ ਵੀ ਇਹਨਾਂ ਕੋਲ ਟਾਈਮ ਸੀ ਤਾਂ ਮੈਨੂੰ ਹੁੰਦਾ ਸੀ ਨਹੀਂ ਜੇ ਇਹਨਾਂ ਦਾ ਲਗਾਵ ਹੈ ਪਾਰਟੀ ਦੇ ਵਿੱਚ ਤਾਂ ਮੈਂ ਮੈਨੇਜ ਕਰਦੀ ਸੀ ਬੱਚਿਆਂ ਦੇ ਨਾਲ ਕਿ ਚਲੋ ਕੋਈ ਗੱਲ ਨਹੀਂ, ਇਹਨਾਂ ਦੇ ਪਾਰਟੀ ਦੇ ਵਿੱਚ ਪਿਆਰ ਹੈ ਜਾਂ ਉਹ ਉਸ ਕਰਕੇ ਕਿ ਇਸ ਵਾਸਤੇ ਆਈਆਂ ਕਿ ਬੱਚੇ ਹੁੰਦੇ ਸੀ ਕਿ ਸਾਰੇ ਦੇ ਪਾਪਾ ਸ਼ਾਮ ਨੂੰ ਘਰ ਆਉਂਦੇ ਨੇ ਬਈ ਘੁੰਮਣ ਜਾਣਾ ਹੈ ਜਾਂ ਸ਼ਾਪਿੰਗ ਕੋਈ ਕਰਨ ਚੀਜ਼ ਜਾਣੀ ਹੈ ਤਾਂ ਮੈਨੂੰ ਇਹ ਪ੍ਰੋਬਲਮ ਆਉਂਦੀ ਸੀ ਕਿ ਘਰ ਦੇ ਪਾਪਾ ਹੁਣ ਪਾਪਾ ਕਦੋਂ ਆਉਣਗੇ, ਇਹੀ ਹੁੰਦਾ ਸੀ ਕਿ ਸਾਰੇ ਦੇ ਪਾਪਾ ਆ ਜਾਂਦੇ ਤਾਂ ਪਾਪਾ, ਔਰ ਮੈਂ ਕਹਿੰਦੀ ਸੀ ਉਹ ਦਿੱਲੀ ਗਏ ਨੇ ਤਾਂ ਉਹ ਕਹਿੰਦੇ ਸੀ ਜਦੋਂ ਦੇਖੋ ਪਾਪਾ, ਤਾਂ ਫਿਰ ਕਿਉਂਕਿ ਉਦੋਂ ਪ੍ਰਾइम मिनिस्टर हैगे सी राजीव गांधी जी, तो कई बार बच्चे कहते सी तो कहते सी जब वो तो टीवी में बैठे रहते हैं और आप कहते हो उनके पापा वहाँ उनको मिलने के लिए गए हैं। तो बच्चों के नाल सैक्रीफाइस तो बहुत किया है जी, छोटे सी तो मैनू बड़ी प्रॉब्लम ही आई है इस करके कि ये टाइम नहीं दे पाते सी। तो इसे करके मैं अपने मदर इन लॉ नूं किया सी कि तुसी इन्हां दी मैरिज नहीं करनी सी, शादी नहीं करनी सी, जे इन्ना पार्टी दे नाल लगाओ है तो फिर इन्हां नूं ठीक है उन्हां दे नाल ही शादी करते पार्टी दे नाल ही, क्योंकि जब टाइम ही नहीं दे पाते तो ਛੋਟੇ ਨੂੰ ਜਦ ਤੋਂ ਹੀ ਹੋਸ਼ ਸੰਭਾਲੀ ਹੈ ਜੀ ਆਪਾਂ ਤਦ ਦਾ ਫਾਦਰ ਸਾਹਿਬ ਨੂੰ ਦੇਖ ਰਹੇ ਵੀ ਪੋਲੀਟਿਕਸ 'ਚ ਹੈਗੇ ਨੇ ਤੇ ਮਤਲਬ ਇੰਨਾ ਕੁ ਜ਼ਿਆਦਾ ਡੈਡੀਕੇਸ਼ਨ, ਇੰਨੀ ਕੁ ਜ਼ਿਆਦਾ ਇਹਨਾਂ ਦਾ ਪੋਲੀਟਿਕਸ ਨੂੰ ਲੈ ਕੇ ਪਿਆਰ, ਮਤਲਬ ਇਹ ਤਾਂ ਅਸੀਂ ਇਹੀ ਕਹਿ ਸਕਦੇ ਵੀ ਇਹਨਾਂ ਦੇ ਬਲੱਡ 'ਚ ਹੈ,
ਔਰ ਉਹ ਚੀਜ਼ ਸਾਡੇ 'ਚ ਵੀ ਆ ਚੁੱਕੀ ਆ ਹੁਣ ਵੀ ਜਦੋਂ ਛੋਟੇ ਹੁੰਦੇ ਸੀ ਜਦ ਦਾ ਦੇਖ ਰਹੇ ਵੀ ਪਾਪਾ ਕਦੇ ਦਿੱਲੀ ਕਦੇ ਕਿਤੇ ਮਤਲਬ ਕਦੇ ਜ਼ਿਆਦਾ ਟਾਈਮ ਵੀ ਨਹੀਂ ਦਿੰਦੇ ਸੀ ਸਾਨੂੰ ਛੋਟੇ ਹੁੰਦੇ। ਤੇ ਹੁਣ ਤੱਕ ਮੈਂ ਹੁਣ ਮੈਰਿਜ ਮੇਰੀ ਹੋ ਚੁੱਕੀ ਹੈ ਤੇ ਮੇਰਾ ਵੀ ਛੋਟਾ ਜਿਹਾ ਬੇਬੀ ਆ ਤੇ ਆਈ ਗੈਸ ਉਹ ਚੀਜ਼ ਮੇਰੇ 'ਚ ਵੀ ਹੈਗੀ ਹੈ ਕਿ ਵਾਈ ਨਾਟ ਕਿ ਮੇਰੇ ਫਾਦਰ ਸਾਹਿਬ ਨੇ ਇੰਨੀ ਮਿਹਨਤ ਲਾਈ 40 ਸਾਲ ਆਪਣੇ ਇਸ ਪਾਰਟੀ ਨੂੰ ਦੇਤੇ, ਮਤਲਬ ਪੋਲੀਟਿਕਸ ਨੂੰ ਦੇਤੇ, ਤੇ ਵਾਈ ਨਾਟ ਵੀ ਇਸ ਚੀਜ਼ ਨੂੰ ਆਪਾਂ ਅੱਗੇ ਵਧਾਈਏ। ਐਂਡ ਡੈਫੀਨੇਟਲੀ ਆਉਣ ਵਾਲੇ ਟਾਈਮ ਦੇ ਵਿੱਚ ਮੈਂ 110% ਇਹ ਕਹਿ ਸਕਦਾ ਵੀ ਮੈਂ ਪੋਲੀਟਿਕਸ 'ਚ ਜ਼ਰੂਰ ਪੈਰ ਰੱਖੂੰਗਾ ਐਂਡ ਆਪਣੇ ਫਾਦਰ ਦਾ ਨਾਮ ਰੋਸ਼ਨ ਕਰੂੰਗਾ ਜੀ ਜ਼ਰੂਰ 100%। ਮੇਰੀ ਤਾਂ ਇਹੀ ਸੋਚ ਆ। ਬਾਕੀ ਜਿਹੜੀ ਪਾਰਟੀਜ਼ ਨੇ ਉਹ ਇਹ ਜ਼ਿਆਦਾ ਜਾਣਦੇ ਨੇ ਵੀ ਹੁਣ ਚਲੋ ਪਹਿਲਾਂ ਕਾਂਗਰਸ 'ਚ ਸੀਗੇ, ਕਾਂਗਰਸ ਨੇ ਵੀ ਪਿਆਰ ਬਹੁਤ ਦਿੱਤਾ, ਇੱਜ਼ਤ-ਮਾਨ ਦਿੱਤਾ, ਬਟ ਚਲੋ ਠੀਕ ਹੈ ਲੀਡਰਸ ਦੀ ਆਪਣ ਦੀ ਗੱਲ ਆ, ਉਹਦੇ ਬਾਰੇ ਆਪਾਂ ਕੋਈ ਜ਼ਿਆਦਾ ਕਹਿ ਨਹੀਂ ਸਕਦੇ, ਨਾ ਮੈਂ ਕਹਿਣਾ ਚਾਹੁੰਦਾ, ਵੱਡੇ ਆ ਸਾਰੇ ਸਮਝਦਾਰ ਇਹਨਾਂ ਨੂੰ ਜ਼ਿਆਦਾ ਪਤਾ। ਬਟ ਹੁਣ ਵੀ ਜਿਹੜੀ ਪਾਰਟੀ 'ਚ ਨੇ ਉਹਦੇ ਵਿੱਚ ਵੀ ਬਾਦਲ ਸਾਹਿਬ ਘਰ ਆਏ, ਉਹਨਾਂ ਨੇ ਵੀ ਇੱਜ਼ਤ-ਮਾਨ ਦਿੱਤਾ। ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਹੀ ਡਿਸੀਜਨ ਬਹੁਤ ਸੋਚ ਸਮਝ ਕੇ ਲਿਆ ਜੀ, ਹਰ ਪੱਖ 'ਤੇ ਆ ਕੇ। ਅਤੇ ਮੈਂ ਅੱਗੇ ਫਿਊਚਰ ਦੇ ਵਿੱਚ ਵੀ ਮੈਂ ਐਕਸਪੈਕਟ ਕਰੂੰਗਾ ਵੀ ਜਿਹੜਾ ਵੀ ਡਿਸੀਜਨ ਲੈਣ ਬਹੁਤ ਸੋਚ ਸਮਝ ਕੇ ਲੈਣ, ਕਿਉਂਕਿ ਪੰਜਾਬ ਦੀ ਜਿਹੜੀ ਪੋਲੀਟਿਕਸ ਹੈ ਡੇ ਬਾਈ ਡੇ ਚੇਂਜ ਹੋ ਰਹੀ ਆ। My father-in-law, he's been such a dedicated person towards the party. It's been 5 years of my getting married to this family, and I've seen him that he's put all his other works at the end and he runs towards the party work. He's so much dedicated. I mean, he's put this party thing on such a high priority over everything of his life that I think by God's grace he should get all the honors he could get in his life. I still remember he got a sprain in his ankle, and yet with one call he was on his toes that no, I have to be there for the party work. So it's been 5 years and I have seen him like totally dedicated towards the party. It's very rare to see such a thing. ਤੇ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਹੈ ਸਾਡੇ ਦਰਸ਼ਕਾਂ ਨਾਲ, ਆਪਣਾ ਜੋ 35 ਸਾਲਾਂ ਦਾ ਐਕਸਪੀਰੀਅੰਸ ਹੈ ਸਿਆਸਤ ਦੇ ਵਿੱਚੋਂ ਸਾਡੇ ਨਾਲ ਤੁਸੀਂ ਸ਼ੇਅਰ ਕੀਤਾ ਹੈ। ਤੁਹਾਡਾ ਬਹੁਤ ਧੰਨਵਾਦ ਇਸ ਲਈ। ਥੈਂਕ ਯੂ ਵੈਰੀ ਮਚ ਜੀ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।